ਸਰਬ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦੋ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਤੁਕਾ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਬਿਦਤ ਹੋਏ ਕਰ ਬਰ ਤਰਬ ਦਿਓ ਸੋ ਅਬ ਸਮਾਂ ਭਇਓ ਬਿਦ ਤਿਉ ਹੋਏ ਬਿਪਰ ਬਰ ਅਸ ਕਿਸ ਦੇਸ਼ ਪੂਜਹਿ ਹੋਮ ਕਰਾਏ ਵਿਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਬੇਅੰਤ ਕਵੀ ਜਿਹੜੇ ਨੇ ਉਹ ਚੱਲ ਚੱਲ ਕੇ ਆਉਂਦੇ। ਸਤਿਗੁਰੂ ਪਾਤਸ਼ਾਹ ਜੀ ਕਵੀ ਦੀ ਕਵਿਤਾ ਤੋਂ ਖੁਸ਼ ਹੋ ਜਾਂਦੇ, ਬੇਅੰਤ ਮਾਇਆ ਦਿੰਦੇ ਜਾਂ ਪੱਕੀ ਨੌਕਰੀ ਦੀ ਮਹਾਰਾਜ ਆਪਣੇ ਕੋਲ ਹੀ ਰੱਖ ਲੈਂਦੇ। ਕੇਸ਼ਵ ਦਾਸ ਨਾਮ ਦਾ ਇੱਕ ਕਵੀ ਹੈ, ਬੜਾ ਵੱਡਾ ਵਿਦਵਾਨ ਹੈ, ਮਹਾਰਾਜ ਦੇ ਕੋਲ ਆਇਆ। ਇਸ ਦਾ ਇੱਕ ਪੁੱਤਰ ਹੈ, ਨਾਮ ਹੈ ਕੁੰਵਰ। ਇਹ ਮਹਾਰਾਜ ਦੇ ਕੋਲ ਆਇਆ, ਬੜੀ ਸੋਹਣੀ ਕਵਿਤਾ ਸੁਣਾਈ ਤੇ ਮਹਾਰਾਜ ਨੇ 5 ਰੁਪਈਏ ਰੋਜ਼ਾਨਾ ਦੇਣੇ ਕਰਕੇ ਕੋਲ ਰੱਖ ਲਿਆ। ਇਹ ਜਿਹੜਾ ਕੇਸ਼ਵ ਦਾਸ ਕਵੀ ਹੈ ਨਾ, ਬ੍ਰਾਹਮਣ, ਇਹਦੇ ਨਾਲ ਇਤਿਹਾਸ ਵੀ ਜੁੜਿਆ ਹੋਇਆ ਹੈ। ਮਹਾਰਾਜ ਨੂੰ ਠੱਗਣ ਦਾ ਯਤਨ ਵੀ ਕਰੇਗਾ। ਇਹ ਬਚਨ ਇਤਿਹਾਸ ਅੱਗੇ ਜਾ ਕੇ ਆਪਾਂ ਸਰਵਣ ਕਰਾਂਗੇ। ਮਹਾਰਾਜ ਕਿਵੇਂ ਇਹਨਾਂ ਨਾਲ ਬਚਨ ਬਿਲਾਸ ਕਰਦੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਦਤ ਹੋਏ ਕਰ ਬਰ ਤਿਉ ਸੋ ਉਸ ਵੇਲੇ ਬਰ ਤੇ ਸਮੋ ਅਕਾਲ ਪੁਰਖ ਨੇ ਬਚਨ ਕੀਤਾ ਸੀ ਨਾ ਕਿ ਜਾਓ ਜਾ ਕੇ ਖਾਲਸਾ ਪੰਥ ਦੀ ਸਿਰਜਣਾ ਕਰੋ, ਪੰਥ ਚਲਾਓ। ਹਾਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਰਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰੋ। ਅਕਾਲ ਪੁਰਖ ਦਾ ਵਰ ਹੁਣ ਪ੍ਰਾਪਤ ਪੂਰਾ ਹੋਣ ਦਾ ਸਮਾਂ ਆ ਗਿਆ। ਹੁਣ ਖਾਲਸੇ ਪੰਥ ਨੇ ਪ੍ਰਗਟ ਹੋਣਾ ਹੈ। ਪੂਜੈ ਹੋਮ ਕਰਾਏ ਵਿਸ਼ੇਸ਼। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਜਦੋਂ ਖਾਲਸੇ ਦੇ ਪ੍ਰਗਟ ਹੋਣ ਦਾ ਸਮਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ। ਸੋ ਅਬ ਸਮਾਂ ਭਇਓ ਬਿਦ ਤਿਉ ਤੇ ਕਹਿਣ ਲੱਗੇ ਪੰਥ ਕਰਨ ਕੋ ਦੀਨਸ ਹਮੋ। ਅਕਾਲ ਪੁਰਖ ਨੇ ਵਰ ਦਿੱਤਾ ਦੁਸ਼ਟ ਦਮਨ ਦੀਆਂ ਨੂੰ, ਇਹ ਸਮਾਂ ਆਵੇਗਾ ਤੁਸੀਂ ਖਾਲਸਾ ਪੰਥ ਨੂੰ ਪ੍ਰਗਟ ਕਰਨਾ ਹੈ। ਬਿਦਤ ਹੋਏ ਕਰ ਬਰ ਤਿਉ। ਤੇ ਉਸ ਵੇਲੇ ਜਿਹੜਾ ਵਰ ਮਿਲਿਆ ਨਾ ਅਕਾਲ ਪੁਰਖ ਦੇ ਵੱਲੋਂ, ਉਹ ਵਰ ਫਿਰ ਖਾਲਸਾ ਪੰਥ ਦੇ ਰੂਪ ਦੇ ਵਿੱਚ ਪ੍ਰਗਟ ਹੋਣਾ ਹੈ। ਸੋ ਅਬ ਸਮਾਂ ਭਇਓ ਬਿਦ ਤਿਉ। ਤੇ ਸਤਿਗੁਰੂ ਪਾਤਸ਼ਾਹ ਜਾਣਦੇ ਵੀ ਉਹ ਹੁਣ ਸਮਾਂ ਨੇੜੇ ਆ ਗਿਆ ਖਾਲਸੇ ਨੂੰ ਪੈਦਾ ਕਰਨ ਦਾ, ਅੰਮ੍ਰਿਤ ਛਕਾਉਣ ਦਾ।
ਅਕਾਲ ਪੁਰਖ ਦੇ ਨਾਲ ਜਿਹੜੇ ਬਚਨ ਨੇ, ਹੁਣ ਦਾ ਹੁਣ ਸਮਾਂ ਨਜ਼ਦੀਕ ਆਇਆ ਹੈ। ਹੋਏ ਵਿਪਰ ਬਰ ਅਸ ਕਿਸ ਦੇਸ਼। ਅਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੀ ਸਾਰੀ ਕਥਾ ਹੈ ਉਹ ਚੱਲਣੀ ਹੈ। ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਅਸੀਂ ਹੁਣ ਉਹ ਜੁਗਤੀ ਕਰੀਏ, ਉਹ ਕੰਮ ਕਰੀਏ ਜਿਸ ਦੇ ਨਾਲ ਸਾਨੂੰ ਜਨਮ ਮਿਲਿਆ, ਜਿਸ ਵਾਸਤੇ ਅਸੀਂ ਅਵਤਾਰ ਲਿਆ, ਉਹ ਕਾਰਜ ਕਰਨ ਵਾਸਤੇ ਸਾਰੇ ਕਾਰਜ ਫਤਿਹ ਕਰਨੇ ਹਨ। ਰਸ਼ਕ ਹਿੰਦ ਧਰਮ ਕੇ ਬਨੈ। ਅਤੇ ਅਸੀਂ ਇਹੋ ਜਿਹਾ ਖਾਲਸਾ ਪੈਦਾ ਕਰਾਂਗੇ ਜਿਹੜਾ ਸਾਡਾ ਖਾਲਸਾ ਗਊ ਗਰੀਬ ਦੀ ਰੱਖਿਆ ਕਰੇਗਾ। ਇਹ ਨਹੀਂ ਵੀ ਉਹ ਹਿੰਦੂ ਦੀ ਰੱਖਿਆ ਕਰੇਗਾ। ਜਿਹੜਾ ਵੀ ਗਰੀਬ ਹੋਵੇਗਾ, ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ, ਭਾਵੇਂ ਹਿੰਦੂ ਕਿਉਂ ਨਾ ਹੋਵੇ, ਜਿਹੜਾ ਵੀ ਲੋੜਵੰਦ ਹੋਵੇਗਾ, ਜਿਹੜਾ ਵੀ ਸ਼ਰਨਾਰਥੀ ਹੋਵੇਗਾ, ਜਿਹੜਾ ਵੀ ਆ ਕੇ ਸ਼ਰਨ ਵਿੱਚ ਪ੍ਰਾਪਤ ਹੋਵੇਗਾ, ਸਾਡਾ ਖਾਲਸਾ ਉਸ ਦੀ ਰੱਖਿਆ ਕਰੇਗਾ। ਦੁਸ਼ਟ ਅਰਿਸ਼ਟ ਪ੍ਰਬਲ ਕੋ ਹਨੈ। ਜਿਹੜਾ ਦੁਸ਼ਟ ਹੋਵੇਗਾ, ਉਪਦਰਵੀ ਹੋਵੇਗਾ, ਝਗੜਾ ਕਰਨ ਵਾਲਾ, ਸਾਡਾ ਖਾਲਸਾ ਉਹਨੂੰ ਨਾਸ਼ ਕਰੇਗਾ। ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ। ਜਿਹੜਾ ਵੀ ਦੁਸ਼ਟ ਆਤਮਾ ਦੂਜਿਆਂ ਤੇ ਪਾਪ ਕਰੇਗਾ, ਦੂਜਿਆਂ ਤੇ ਦਬਦਬਾ ਬਣਾਵੇਗਾ, ਗਰੀਬ ਨੂੰ ਦਬਾਉਣ ਦਾ ਯਤਨ ਕਰੇਗਾ, ਜਾਂ ਜਿਹੜਾ ਵੀ ਝਗੜਾ ਵਧਾਉਣ ਦਾ ਯਤਨ ਕਰੇਗਾ, ਅਸੀਂ ਇਹੋ ਜਿਹਾ ਖਾਲਸਾ ਪੈਦਾ ਕਰਾਂਗੇ ਜਿਹੜਾ ਉਹਨਾਂ ਦੁਸ਼ਟਾਂ ਨੂੰ ਨਾਸ਼ ਕਰ ਦੇਵੇਗਾ। ਇਤਿਆਦਿਕ ਪ੍ਰਭ ਚਿਤਵਤ ਰਹਿ। ਇਤਿਆਦਿਕ ਮਹਾਰਾਜ ਸਾਹਿਬ ਜੀ ਕਈ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਚਿਤਵਦੇ ਨੇ, ਯਾਦ ਕਰਦੇ ਹਨ। ਵਿਪਰ ਖੋਜਵੇ ਹਿਤ ਕਬ ਕਹੈ। ਅਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਸਾਰੇ ਕਾਰਜਾਂ ਨੂੰ ਕਰਨ ਵਾਸਤੇ ਸਮੇਂ ਦੀ ਤਲਾਸ਼ ਕਰਦੇ ਪਏ, ਮੌਕਾ ਬਣਾਉਂਦੇ ਹਨ। ਚੌਕੁੰਟਨ ਤੇ ਨਰਗਨ ਆਵੇ। ਗੁਰਮੁਖੋ ਬੇਅੰਤ ਸੰਗਤਾਂ ਆਉਂਦੀਆਂ, ਕੋਈ ਉੱਤਰ ਵੱਲੋਂ, ਕੋਈ ਦੱਖਣ ਵੱਲੋਂ, ਪੂਰਬ ਤੇ ਪੱਛਮ ਦੇ ਵੱਲੋਂ, ਚਾਰ ਦਿਸ਼ਾਵਾਂ, ਚਾਰ ਸਫੇਰੇ ਤੋਂ ਬੇਅੰਤ ਸੰਗਤ ਆਉਂਦੀ ਹੈ। ਅਨਕ ਅਕੋਰਨ ਕੋ ਅਰ ਪਾਵੈ। ਸਤਿਗੁਰਾਂ ਦੇ ਅੱਗੇ ਕਈ ਤਰ੍ਹਾਂ ਦੀਆਂ ਭੇਟਾਂ ਰੱਖਦੇ। ਜਿਵੇਂ ਦਾ ਕਿਸੇ ਕੋਲ ਪਦਾਰਥ ਹੈ, ਜਿਵੇਂ ਦੀ ਕਿਸੇ ਕੋਲ ਵਸਤੂ ਹੈ, ਲਿਆ ਕੇ ਮਹਾਰਾਜ ਨੂੰ ਭੇਟ ਕਰਦੇ ਹਨ। ਬਸਨ ਭੂਖਨ ਹੈ ਹਥਿਆਰ। ਕੋਈ ਮਹਾਰਾਜ ਵਾਸਤੇ ਲੈ ਕੇ ਆਉਂਦਾ ਬਸਨ, ਕਹੀਏ ਜਿਹੜੇ ਬੜੇ ਬੜੇ ਸੋਹਣੇ ਵਸਤਰ ਨੇ, ਉਹ ਮਹਾਰਾਜ ਨੂੰ ਭੇਟ ਹੁੰਦੇ ਸੰਗਤ ਵੱਲੋਂ। ਬੜੇ ਬੜੇ ਸੋਹਣੇ ਗਹਿਣੇ, ਸੋਨੇ ਦੇ, ਹੀਰਿਆਂ ਦੇ ਜਟਤ, ਉਹ ਵੀ ਪ੍ਰਾਪਤ ਹੁੰਦੇ। ਕੋਈ ਮਹਾਰਾਜ ਵਾਸਤੇ ਸੋਹਣੇ ਘੋੜੇ ਲੈ ਕੇ ਆਉਂਦਾ ਹੈ, ਕੋਈ ਗਰੀਬ ਨਵਾਜ ਸਤਿਗੁਰਾਂ ਦੇ ਵਾਸਤੇ ਸੋਹਣੇ ਹਥਿਆਰ ਖਰੀਦ ਕੇ ਲਿਆਉਂਦਾ ਹੈ। ਵਸਤ ਅਜਾਇਬ ਦਰਬ ਉਦਾਰ। ਸਤਿਗੁਰਾਂ ਦੇ ਅੱਗੇ ਅਜਾਇਬ ਅਜਾਇਬ ਵਸਤੂਆਂ, ਬੜੀਆਂ ਦੁਰਲਭ ਵਸਤੂਆਂ ਜਿਹੜੀਆਂ ਕਿਤੇੋਂ ਨਹੀਂ ਮਿਲਣ ਵਾਲੀਆਂ, ਐਸੀਆਂ ਵਸਤੂਆਂ ਸੰਗਤ ਖਰੀਦ ਕੇ ਮਹਾਰਾਜ ਕੋਲ ਲਿਆਉਂਦੀ ਹੈ। ਮਨੋ ਕਾਮਨਾ ਪਾਏ ਸਿਧਾਰੈ। ਅਤੇ ਫਿਰ ਮਨ ਦੀਆਂ ਕਾਮਨਾਵਾਂ ਪ੍ਰਾਪਤ ਕਰਦੇ। ਸਤਿਗੁਰਾਂ ਦੀ ਖੁਸ਼ੀ ਲੈ ਕੇ ਜੋ ਵੀ ਕਿਸੇ ਦੀ ਕਾਮਨਾ ਹੁੰਦੀ ਹੈ ਪੂਰੀ ਹੁੰਦੀ, ਤੇ ਫਿਰ ਆਪੋ ਆਪਣੇ ਨਗਰਾਂ ਨੂੰ ਚਲੇ ਜਾਂਦੇ ਹਨ। ਕੀਰਤ ਚਾਰੋ ਵਰਨ ਉਚਾਰੈ। ਤੇ ਸਤਿਗੁਰੂ ਪਾਤਸ਼ਾਹ ਦੀ ਗੁਰਮੁਖੋ ਕੀਰਤੀ ਜਿਹੜੀ ਹੈ ਨਾ, ਚਾਰੇ ਵਰਨ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਇਹ ਚਾਰ ਵਰਨਾਂ ਦੇ ਲੋਕ। ਖੱਤਰੀ ਵੀ ਮਹਾਰਾਜ ਦੀ ਵਡਿਆਈ ਕਰਦੇ, ਬ੍ਰਾਹਮਣ ਵੀ ਮਹਾਰਾਜ ਦੀ ਸ਼ੋਭਾ ਕਰਦੇ, ਸ਼ੂਦਰ ਜਿਹੜੇ ਘਰਾਂ ਵਿੱਚ ਕੰਮਕਾਰ ਕਰਨ ਵਾਲੇ, ਨੌਕਰੀ ਕਰਨ ਵਾਲੇ, ਨੌਕਰ ਬਣ ਕੇ ਰਹਿਣ ਵਾਲੇ, ਉਹ ਵੀ ਵਡਿਆਈ ਕਰਦੇ ਪਏ। ਤੇ ਵੈਸ਼ ਜਿਹੜੇ ਖੇਤੀ ਕਰਨ ਵਾਲੇ, ਉਹ ਵੀ ਮਹਾਰਾਜ ਦੀ ਵਡਿਆਈ ਕਰਦੇ ਹਨ। ਪੀਰ ਅਜ਼ਮਤੀ ਆਏ ਅਨੇਕਾਂ। ਤੇ ਸਤਿਗੁਰਾਂ ਦੇ ਕੋਲ ਗੁਰਮੁਖੋ ਅਜਮਤਾਂ ਵਾਲੇ ਪੀਰ, ਸ਼ਕਤੀਸ਼ਾਲੀ, ਕਰਾਮਾਤੀ, ਜਿਨ੍ਹਾਂ ਨੇ ਕਈ ਰਿੱਧੀਆਂ ਸਿੱਧੀਆਂ ਵਸ ਕੀਤੀਆਂ, ਇਹੋ ਜਿਹੇ ਸਾਧੂ, ਇਹੋ ਜਿਹੇ ਤਪਸਵੀ, ਇਹੋ ਜਿਹੇ ਪੀਰ ਫਕੀਰ ਵੀ ਮਹਾਰਾਜ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਹਨ। ਬਪ ਖੁਦਾਏ ਲੱਖ ਮਸਤਕ ਟੇਕੈ। ਖੁਦਾ ਦਾ ਰੂਪ ਜਾਣ ਕੇ ਜਾਂ ਖੁਦਾ ਦਾ ਅਵਤਾਰ ਜਾਣ ਕੇ ਵੱਡੇ ਵੱਡੇ ਪੀਰ ਵੀ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕਰਦੇ। ਪੀਰ ਵੀ ਆ ਕੇ ਸਿਰ ਝੁਕਾਉਂਦੇ ਨੇ, ਅਵਤਾਰ ਵੀ ਆ ਕੇ ਸੀਸ ਝੁਕਾਉਂਦੇ ਹਨ। ਪ੍ਰਸ਼ਨ ਉੱਤਰ ਕਰ ਉਰ ਰਖਾਵੇਂ। ਸਤਿਗੁਰਾਂ ਦੇ ਨਾਲ ਪ੍ਰਸ਼ਨ ਉੱਤਰ ਹੁੰਦੇ, ਸਵਾਲ ਜਵਾਬ। ਕੋਈ ਧਰਮੀ ਪੀਰ ਹੈ ਨਾ, ਕੋਈ ਧਰਮੀ ਸਾਧੂ ਹੈ, ਕੋਈ ਉਹਦੇ ਮਨ ਵਿੱਚ ਸਵਾਲ ਹੈ, ਉਹ ਸਵਾਲ ਦਾ ਜਵਾਬ ਕਿਤੇੋਂ ਨਹੀਂ ਮਿਲਿਆ, ਪਰ ਉਹ ਚਾਹੁੰਦਾ ਵੀ ਮੇਰੀ ਨਿਸ਼ਾ ਹੋ ਜਾਵੇ, ਮੇਰੀ ਤਸੱਲੀ ਹੋ ਜਾਵੇ। ਉਹ ਫਿਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਜਾਂਦਾ। ਮਹਾਰਾਜ, ਮੇਰੇ ਮਨ ਦਾ ਇਹ ਸਵਾਲ ਹੈ, ਆਪ ਜੀ ਕਿਰਪਾ ਕਰਕੇ ਕੋਈ ਉੱਤਰ ਦੇ ਦਿਓ, ਮੇਰਾ ਸ਼ੰਕਾ ਦੂਰ ਹੋ ਜਾਵੇ। ਤੇ ਸਤਿਗੁਰੂ ਫਿਰ ਉਸ ਦਾ ਉੱਤਰ ਦਿੰਦੇ ਹਨ। ਕਿਤਕ ਨਿਕਟ ਰਹਿ ਸੇਵ ਕਮਾਵੇਂ। ਤੇ ਕੁਝ ਸਾਧੂ ਸੰਤ ਤੇ ਮਹਾਰਾਜ ਦੇ ਕੋਲ 10 ਦਿਨ 15 ਦਿਨ ਰਹਿੰਦੇ ਤੇ ਚਲੇ ਜਾਂਦੇ।
ਤੇ ਕੁਝ ਸਾਧੂ ਐਸੇ ਨੇ ਜਿਹੜੇ ਮਹਾਰਾਜ ਦੇ ਕੋਲ ਪੱਕਾ ਹੀ ਡੇਰਾ ਲਾ ਲਿਆ ਵੀ ਮਹਾਰਾਜ ਤੁਹਾਡੇ ਕੋਲ ਹੀ ਰਹਿਣਾ ਹੈ। ਤੇ ਮਹੀ ਬਹੁ ਜੋਗੀ ਸੰਨਿਆਸੀ। ਜਿੱਥੇ ਗੁਰਮੁਖੋ ਪੀਰ ਆਉਂਦੇ ਨਾ ਮੁਸਲਮਾਨਾਂ ਦੇ, ਉੱਥੇ ਬੜੇ ਬੜੇ ਜੋਗੀ, ਦਿਗੰਬਰ, ਸੰਨਿਆਸੀ ਬੇਅੰਤ ਮਹਾਰਾਜ ਦੇ ਕੋਲ ਆਉਂਦੇ ਹਨ। ਦਿਪਤ ਤੇਜ ਤੇ ਆਵਹਿ ਪਾਸੀ। ਗੁਰਮੁਖੋ ਇਹਨਾਂ ਦਾ ਬੜਾ ਬੜਾ ਤੇਜ ਪ੍ਰਤਾਪ ਹੈ। ਨਿਰਾ ਆਪਾਂ ਇਹ ਨਾ ਜਾਣ ਲਈਏ ਵੀ ਇਹ ਖਾਲੀ ਨੇ। ਬੜੇ ਬੜੇ ਸੰਨਿਆਸੀ ਤਪਸਵੀ ਵੀ ਨੇ, ਤਪ ਕਰਨ ਵਾਲੇ ਬੜੇ ਬੜੇ ਜਪੀ ਨੇ, ਸੰਨਿਆਸੀ ਐਸੇ ਆਉਂਦੇ ਮਹਾਰਾਜ ਦੇ ਕੋਲ। ਇਹਨਾਂ ਦਾ ਬੜਾ ਤੇਜ ਤਾਪ ਹੈ। ਮਸਤਕ ਨੂੰ ਵੇਖ ਕੇ ਪਤਾ ਲੱਗਦਾ ਵੀ ਇਹ ਕੋਈ ਬੰਦਗੀ ਵਾਲੀ ਆਤਮਾ ਹੈ, ਕੋਈ ਜਪ ਕਰਨ ਵਾਲਾ ਸਰੀਰ ਹੈ। ਐਸਾ ਇਹਨਾਂ ਦੇ ਮੱਥੇ ਦਾ ਤੇਜ ਤਪ ਹੈ। ਜਪੀ ਤਪੀ ਬਹੁ ਭੇਖ ਵਿਰਾਗੀ। ਮਹਾਰਾਜ ਜੀਆਂ ਦੇ ਕੋਲ ਬੜੇ ਬੜੀ ਜਪੀ ਕਹੀਏ, ਜਪ ਕਰਨ ਵਾਲੇ। ਜਪ ਕਰਨਾ ਗੁਰਮੁਖੋ ਸੌਖਾ ਨਹੀਂ। ਆ ਜਿਹੜੇ ਠੰਡ ਦੇ ਦਿਨ ਚੱਲਦੇ ਪਏ ਨਾ, ਇਸ ਠੰਡ ਦੇ ਦਿਨਾਂ ਦੇ ਵਿੱਚ ਰਾਤ ਦੇ ਖਲੋਤੇ ਹੋਏ ਪਾਣੀ ਵਿੱਚ ਖੜੇ ਹੋਣਾ। ਬੜੇ ਬੜੇ ਵੱਡੇ ਤਲਾਬ ਬਣੇ ਨਾ, ਨਹਿਰਾਂ ਬਣੀਆਂ, ਪਾਣੀ ਖੜਾ ਹੋਇਆ ਰਾਤ ਦਾ, ਉਹਦੇ ਵਿੱਚ ਖੜ ਕੇ ਗਲ ਤੱਕ ਪਾਣੀ, ਗਲ ਤੱਕ ਆ ਜਾਵੇ, ਸਾਰਾ ਸਰੀਰ ਪਾਣੀ ਵਿੱਚ ਚਲਾ ਜਾਏ। ਇਸ ਤਰ੍ਹਾਂ ਖੜ ਕੇ ਤੇ ਫਿਰ ਮੰਤਰਾਂ ਦਾ ਜਾਪ ਕਰਨਾ। ਖੜਨਾ ਵੀ ਕੋਈ 2 ਮਿੰਟ ਨਹੀਂ, ਕਈ ਕਈ ਘੰਟੇ ਠੰਡੇ ਪਾਣੀ ਵਿੱਚ ਖਲੋਤੇ ਰਹਿਣਾ। ਠੰਡੇ ਪਾਣੀ ਵਿੱਚ ਖਲੋ ਕੇ ਮੰਤਰ ਪੜ੍ਹਨੇ। ਜਪ ਕਰਨਾ ਸੌਖਾ ਨਹੀਂ ਹੈ। ਸਰੀਰ ਸੁੰਨ ਹੋ ਜਾਂਦਾ। ਕਲਯੁਗ ਦੇ ਮਾੜੇ ਸਰੀਰ ਕਿੱਥੋਂ ਇੰਨਾ ਕਸ਼ਟ ਸਹਿ ਲੈਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਐਸੇ ਸਾਧੂ ਆਉਂਦੇ ਜਿਨ੍ਹਾਂ ਨੇ ਜਪ ਕੀਤਾ ਹੋਇਆ, ਠੰਡੇ ਪਾਣੀ ਵਿੱਚ ਸਿਆਲ ਦੀਆਂ ਰਾਤਾਂ ਖਲੋਤੇ ਰਹਿੰਦੇ, ਮੰਤਰ ਪੜ੍ਹਦੇ ਰਹਿੰਦੇ। ਐਸੇ ਜਪੀ ਵੀ ਆਉਂਦੇ ਨੇ। ਮਹਾਰਾਜ ਜੀਆਂ ਦੇ ਕੋਲ ਤਪੀ ਵੀ ਆਉਂਦੇ ਨੇ। ਗਰਮੀ ਦੀ ਰੁੱਤ ਦੇ ਵਿੱਚ ਧੂਣੀ ਬਾਲ ਕੇ ਉਹਦੇ ਕੋਲ ਬੈਠਣਾ, ਨਾਲ ਮੰਤਰ ਪੜ੍ਹਨੇ। ਐਸੇ ਤਪਸਵੀ ਵੀ ਮਹਾਰਾਜ ਦੇ ਕੋਲ ਆਉਂਦੇ, ਐਸੀ ਤਪੱਸਿਆ ਕਰਨ ਵਾਲੇ। ਮਹਾਰਾਜ ਜੀਆਂ ਦੇ ਕੋਲ ਕਈ ਤਰ੍ਹਾਂ ਦੇ ਬੈਰਾਗੀ ਭੇਖੀ ਵੀ ਆਉਂਦੇ ਨੇ, ਭੇਖ ਬਣਾਉਣ ਵਾਲੇ ਵਿਰਕਤ ਸਾਧੂ, ਜਿਨ੍ਹਾਂ ਨੇ ਘਰ-ਬਾਰ ਛੱਡਿਆ, ਮਾਂ-ਬਾਪ ਛੱਡਿਆ, ਭੈਣਾਂ ਭਰਾ ਛੱਡੇ, ਜ਼ਮੀਨ ਜਾਇਦਾਦ ਛੱਡੀ। ਦਰ ਕਰ ਮਹਿਲਾ ਹਸਤੀ ਘੋੜੇ ਛੋੜ ਵਲਾਇਤ ਦੇਸ ਗਏ। ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ। ਤੋ ਕਾਰਨ ਸਾਹਿਬਾ ਰੰਗ ਰਤੇ। ਐਸੇ ਜਿਹੜੇ ਸੰਨਿਆਸੀ ਨੇ, ਐਸੇ ਜਿਹੜੇ ਤਪਸਵੀ ਨੇ, ਐਸੇ ਵੈਰਾਗਵਾਨ ਸਾਧੂ ਘਰ-ਬਾਰ ਛੱਡ ਕੇ ਬੰਦਗੀ ਕਰਨ ਵਾਲੇ ਬੇਅੰਤ ਮਹਾਰਾਜ ਕੋਲ ਆਉਂਦੇ ਹਨ। ਦਸ ਹੈ ਪ੍ਰਭ ਕੋ ਜੋ ਬੜ ਭਾਗੀ। ਵੱਡਿਆਂ ਭਾਗਾਂ ਵਾਲੇ ਨੇ ਗੁਰਮੁਖੋ ਉਹ ਲੋਕ ਜਿਹੜੇ ਧੰਨ ਦਸਵੇਂ ਗੁਰੂ ਦੇ ਦਰਸ਼ਨ ਕਰਦੇ। ਵੱਡੇ ਹੀ ਭਾਗ ਹੋਣਗੇ ਨਾ, ਕਈ ਜਨਮਾਂ ਦੀ ਭਗਤੀ ਹੋਵੇਗੀ ਨਾ ਉਹਨਾਂ ਦੀ। ਸਫਲੇ ਸਰੀਰ ਹੋਣਗੇ ਨਾ ਉਹ, ਜਿਹੜੇ ਦਸਵੇਂ ਪਾਤਸ਼ਾਹ ਦੇ ਸਾਹਮਣੇ ਬੈਠਿਆਂ ਦਰਸ਼ਨ ਕਰਦੇ ਹੋਣਗੇ। ਐਸੇ ਵੱਡਿਆਂ ਭਾਗਾਂ ਵਾਲੇ ਆਉਂਦੇ ਹਨ। ਰਚਾ ਹੈ ਅਨਕ ਛੰਦਨ ਕੀ ਬਾਣੀ। ਮਹਾਰਾਜ ਜੀ ਬੜੇ ਬੜੇ ਸੋਹਣੇ ਛੰਦ ਬਣਾ ਬਣਾ ਕੇ, ਚੌਪਈਆਂ ਬਣਾ ਬਣਾ ਕੇ, ਦੋਹਰੇ ਕਵਿਤ ਬਣਾ ਬਣਾ ਕੇ ਬੜੀ ਸੋਹਣੀ ਬਾਣੀ ਰਚਦੇ ਹਨ। ਸੁੰਦਰ ਰਸ ਸ਼ਿੰਗਾਰ ਕੇ ਸਾਨੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਕਹਿਣ ਲੱਗੇ, ਸੁੰਦਰ ਰਸ ਸ਼ਿੰਗਾਰ ਕੇ ਸਾਨੀ। ਐਸੀਆਂ ਕਵਿਤਾ, ਐਸੀਆਂ ਗਜ਼ਲਾਂ, ਇਹੋ ਜਿਹੇ ਕਵਿਤ ਬੜੇ ਬੜੇ ਸੁੰਦਰ, ਜਿਨ੍ਹਾਂ ਵਿੱਚ ਸ਼ਿੰਗਾਰ ਦਾ ਵਰਣਨ ਕੀਤਾ, ਰਸ ਪ੍ਰੇਮ ਦਾ ਵਰਣਨ ਕੀਤਾ, ਪ੍ਰੇਮ ਦੀਆਂ ਭਰੀਆਂ ਹੋਈਆਂ ਕਵਿਤਾਵਾਂ, ਕਵਿਤਾ ਮਹਾਰਾਜ ਦੇ ਕੋਲ ਆ ਕੇ ਵਿਦਵਾਨ ਸੁਣਾਉਂਦੇ ਹਨ। ਵਰਣਨ ਕਰੈ ਬਹੁਤ ਰਸ ਵੀਰ। ਅਤੇ ਇਸੇ ਤਰ੍ਹਾਂ ਕਵਿਤਾ ਦੇ ਵਿੱਚ ਵੀਰ ਰਸ ਵੀ ਵਰਣਨ ਕੀਤਾ ਜਾਂਦਾ। ਸੂਰਮਾ ਜੰਗ ਕਿਵੇਂ ਕਰਦਾ ਪਿਆ, ਲੜਦਾ ਕਿਵੇਂ ਪਿਆ, ਸ਼ਹੀਦ ਕਿਵੇਂ ਹੁੰਦਾ ਪਿਆ, ਸ਼ਸਤਰ ਕਿਵੇਂ ਟੁੱਟਦੇ ਪਏ ਨੇ, ਘੋੜੇ ਕਿਵੇਂ ਮਰਦੇ ਪਏ ਨੇ, ਦੁਸ਼ਮਣ ਭੱਜਦਾ ਕਿਵੇਂ ਪਿਆ। ਇਸ ਤਰ੍ਹਾਂ ਕਹਿਣ ਲੱਗੇ ਸੂਰਮੇ ਜਿਹੜੇ ਨੇ ਉਹ ਵੀਰ ਰਸੀ ਕਥਾ ਜਾਂ ਵੀਰ ਰਸੀ ਜਿਹੜੀਆਂ ਕਵਿਤਾ ਨੇ ਉਹ ਰਚਦੇ ਨੇ, ਮਹਾਰਾਜ ਨੂੰ ਸੁਣਾਉਂਦੇ ਹਨ। ਵਿੱਚ ਸੰਗਰਾਮ ਧਰਨ ਭੱਟ ਧੀਰ। ਤੇ ਕਹਿਣ ਲੱਗੇ ਸੂਰਮੇ ਸ਼ਿੰਗਾਰ ਇਹੋ ਜਿਹਾ ਬਣਦੇ ਨੇ ਵੀ ਇਹਨਾਂ ਕਵਿਤਾ ਨੂੰ ਸੁਣ ਕੇ ਸੂਰਮੇ ਨੂੰ ਵੀਰ ਰਸ ਆ ਜਾਵੇ, ਹਿੰਮਤ ਆ ਜਾਵੇ, ਦਲੇਰੀ ਆ ਜਾਵੇ, ਨਿਡਰਤਾ ਆ ਜਾਵੇ, ਅਤੇ ਫਿਰ ਭਿਆਨਕ ਜੰਗ ਸੂਰਮਾ ਜੰਗ ਦੇ ਵਿੱਚ ਕਰੇ। ਐਸੀਆਂ ਕਵਿਤਾ ਲਿਖੀਆਂ ਜਾਂਦੀਆਂ ਹਨ। ਅਧਿਕ ਰੌਦਰ ਪੁਰਖਾਰਤ ਯੋਧਾ। ਤੇ ਕਹਿਣ ਲੱਗੇ ਇਸੇ ਤਰ੍ਹਾਂ ਰੁਦਰ ਰਸ ਜਿਹੜਾ ਨਾ ਉਹ ਵੀ ਵਰਣਨ ਕੀਤਾ ਜਾਂਦਾ ਹੈ। ਯੋਧਿਆਂ ਨੂੰ ਪੁਰਸ਼ਾਰਥ ਦੇਣ ਵਾਸਤੇ, ਮੁਕਤੀ ਦੇਣ ਵਾਸਤੇ ਐਸੇ ਛੰਦ ਬਣਾਏ ਜਾਂਦੇ ਹਨ। ਲਗ ਹੈ ਸ਼ਸਤਰ ਜਿਮ ਵੱਢ ਹੈ ਕ੍ਰੋਧਾ। ਕਹਿਣ ਲੱਗੇ ਜਦੋਂ ਕਿਸੇ ਨੂੰ ਸ਼ਸਤਰ ਲੱਗਦਾ ਨਾ ਤੇ ਚੋਟ ਲੱਗਦੀ ਹੈ ਤੇ ਉਹਨੂੰ ਕ੍ਰੋਧ ਜਾਗਦਾ, ਗੁੱਸਾ ਜਾਗਦਾ। ਉਸ ਗੁੱਸੇ ਦੇ ਵਿੱਚ ਕਿਵੇਂ ਜੰਗ ਕਰਨਾ, ਐਸੀਆਂ ਕਵਿਤਾ ਲਿਖਦੇ ਪਏ ਕਵੀ ਆ ਕੇ।
ਜਿਨ੍ਹਾਂ ਕਵਿਤਾ ਨੂੰ ਪੜ੍ਹ ਕੇ ਵੀਰ ਰਸ ਪੈਦਾ ਹੋਵੇ, ਕ੍ਰੋਧ ਪੈਦਾ ਹੋਵੇ, ਦੁਸ਼ਮਣ ਦੇ ਵਾਰ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ, ਐਸੀਆਂ ਕਵਿਤਾ ਬੋਲੀਆਂ ਜਾਂਦੀਆਂ ਹਨ। ਜਿਸ ਤੇ ਬਖਤਾਰ ਸਰੋਤਾਨ। ਕਹਿਣ ਲੱਗੇ ਜਿਸ ਕਰਕੇ ਬਗਤਾ ਕਹਿਣ ਵਾਲਾ ਤੇ ਸਰੋਤਾ ਸੁਣਨ ਵਾਲਾ, ਜਿਹੜਾ ਕਹਿੰਦਾ ਪਿਆ ਉਹ ਤੇ ਜਿਹੜਾ ਸੁਣਦਾ ਪਿਆ ਉਹ, ਵਧੈ ਵੀਰਤਾ ਮਨ ਮਹਿ ਆਨ। ਜਿਨ੍ਹਾਂ ਦੋਨਾਂ ਦੇ ਵਿੱਚ ਵੀਰ ਰਸ ਵਧੇ। ਜਿਹੜਾ ਕਵਿਤਾ ਪੜ੍ਹ ਕੇ ਸੁਣਾਵੇਗਾ ਉਹਦੇ ਵਿੱਚ ਵੀ ਵੀਰ ਰਸ ਵਧੇਗਾ, ਜੰਗ ਕਰਨ ਦਾ ਚਾਅ ਪੈਦਾ ਹੋਵੇਗਾ। ਜਿਹੜਾ ਕਵਿਤਾ ਸੁਣਦਾ ਪਿਆ ਉਹਦੇ ਵਿੱਚ ਵੀ ਵੀਰ ਰਸ ਵਧੇਗਾ। ਸੁਣਾਉਣ ਵਾਲਾ ਔਰ ਸੁਣਨ ਵਾਲਾ ਦੋਨਾਂ ਨੂੰ ਵੀਰ ਰਸ ਪ੍ਰਾਪਤ ਹੋਵੇ, ਐਸੀਆਂ ਕਵਿਤਾ ਐਸੇ ਛੰਦ ਬਣਾਏ ਜਾਂਦੇ ਹਨ। ਉਸ ਕਾਇਰ ਹੋਵੇ ਜਗ ਮਾਹੀ। ਕਹਿਣ ਲੱਗੇ ਕਿਹੜਾ ਹੈ ਦੁਨੀਆ ਦੇ ਵਿੱਚ ਇਹੋ ਜਿਹਾ ਕਾਇਰ, ਇਹੋ ਜਿਹਾ ਡਰਪੋਕ ਜਾਂ ਇਹੋ ਜਿਹਾ ਜੰਗ ਮੈਦਾਨ ਵਿੱਚੋਂ ਭੱਜਣ ਵਾਲਾ। ਸੁਨ ਪਠ ਹੋਵੇ ਉਤਸਾਹ ਨ ਜਾਹੀ। ਜਿਹੜਾ ਸੁਣ ਕੇ ਜਾਂ ਪੜ੍ਹ ਕੇ ਜਿਹਦੇ ਮਨ ਵਿੱਚ ਉਤਸ਼ਾਹ ਨਾ ਪੈਦਾ ਹੋਵੇ। ਦੁਨੀਆ ਦੇ ਲੋਕ ਆਖਦੇ ਮਹਾਰਾਜ ਦੇ ਸੂਰਮਿਆਂ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ, ਮਹਾਰਾਜ ਨੂੰ ਉੱਥੇ ਹੀ ਰਹਿਣ ਦਿੱਤਾ ਤੇ ਵਿਦਾਵਾ ਲਿਖ ਕੇ ਘਰ ਨੂੰ ਚਲੇ ਗਏ। ਪਰ ਕਿਹੜਾ ਹੈ ਇਹੋ ਜਿਹਾ ਕਾਇਰ ਜਿਹਨੇ 10ਵੇਂ ਪਾਤਸ਼ਾਹ ਦੀ ਸੰਗਤ ਕੀਤੀ ਹੋਵੇ, 7-8 ਮਹੀਨੇ ਨਾਲ ਭੁੱਖਾ ਤੇ ਪਿਆਸਾ ਰਿਹਾ ਹੋਵੇ, ਇੰਨਾ ਲੰਮਾ ਸਮਾਂ ਸੰਗਤ ਕਰਕੇ, ਇੰਨਾ ਲੰਮਾ ਸਮਾਂ ਜਪ ਤੇ ਤਪ ਕਰਕੇ। ਕੋਈ ਹੋਵੇਗਾ ਇਹੋ ਜਿਹਾ ਕਾਇਰ, ਇਹੋ ਜਿਹਾ ਡਰਪੋਕ ਜਿਹੜਾ ਇਹ ਗੱਲ ਕਹਿ ਦੇਵੇਗਾ ਵੀ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਸੰਗਤ ਤੇ 1 ਮਿੰਟ ਦੀ ਬੜੀ ਦੁਰਲੱਭ ਹੈ, ਪਰ ਜਿਨ੍ਹਾਂ ਨੇ ਕਈ ਮਹੀਨੇ, ਕਈ ਸਾਲ 10ਵੇਂ ਪਾਤਸ਼ਾਹ ਦੀ ਸੰਗਤ ਕੀਤੀ, ਐਸੀਆਂ ਵੀਰ ਰਸੀ ਕਵਿਤਾ ਸੁਣੀਆਂ ਤੇ ਸੁਣਾਈਆਂ, ਜੋਸ਼ ਠਾਠਾਂ ਮਾਰਦਾ ਪਿਆ, ਦਲੇਰੀ ਤੇ ਹਿੰਮਤ ਵਧੀ ਹੋਈ ਹੈ। ਉਹ ਸੂਰਮਾ ਕਦੇ ਵੀ ਆਪਣਾ ਹਥਿਆਰ ਥੱਲੇ ਰੱਖ ਕੇ ਤੇ ਕਾਗਜ਼ ਤੇ ਇਹ ਨਹੀਂ ਲਿਖੇਗਾ ਵੀ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ। ਇਹ ਨਹੀਂ ਹੋ ਸਕਦਾ। ਅਤੇ ਨਾ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਸੇ ਨੇ ਇਹੋ ਜਿਹਾ ਵਾਕਿਆ ਕੀਤਾ ਹੈ। ਸਾਡੇ ਇਤਿਹਾਸਕਾਰਾਂ ਨੇ ਇਤਿਹਾਸ ਪੜ੍ਹਨ ਤੋਂ ਬਿਨਾਂ, ਇਤਿਹਾਸ ਨੂੰ ਵਿਚਾਰਨ ਤੋਂ ਬਿਨਾਂ, ਇਤਿਹਾਸ ਦੀ ਖੋਜ ਕੀਤੇ ਤੋਂ ਬਿਨਾਂ ਇਹੋ ਜਿਹੀਆਂ ਗੱਲਾਂ ਪ੍ਰਸਿੱਧ ਕਰ ਦਿੱਤੀਆਂ ਜਿਹੜੀਆਂ ਸੀਨੇ ਬਸੀਨੇ ਅੱਜ ਵੀ ਚੱਲੀਆਂ ਆਉਂਦੀਆਂ ਤੇ ਬਹੁਤਾਤ ਲੋਕਾਂ ਨੇ ਸੁਣੀਆਂ ਤੇ ਲੋਕ ਮੰਨਦੇ ਪਏ। ਪਰ ਗੁਰਮੁਖੋ ਜੇ ਵਿਦਾਵੇ ਦਾ ਇਤਿਹਾਸ ਪੜ੍ਹੀਏ ਤੇ ਰਾਮਿਆਣਾ ਦੀ ਧਰਤੀ ਹੈ। ਮਾਲਵੇ ਦੇ ਵਿੱਚ ਰਾਮਿਆਣਾ ਨਾਮ ਦਾ ਇੱਕ ਨਗਰ ਹੈ। ਉੱਥੇ ਗੁਰੂ ਘਰ ਬਣਿਆ ਹੋਇਆ, 10ਵੇਂ ਪਾਤਸ਼ਾਹ ਉੱਥੇ ਬੈਠੇ ਸਨ। ਜਦੋਂ ਵਿਦਾਵਾ ਲਿਖਣ ਵਾਲੇ ਪਿੰਡ ਦੇ ਘੜਮ ਚੌਧਰੀਆਂ ਨੇ ਆਖਿਆ ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ। ਪਰ ਜੇ ਆਪਾਂ ਗੁਰਮੁਖੋ ਸਿੱਖਾਂ ਦੀ ਗੱਲ ਕਰੀਏ ਤੇ ਸਿੱਖ ਕੋਈ ਗੁਰੂ ਨੂੰ ਇਹ ਬਚਨ ਲਿਖ ਕੇ ਨਹੀਂ ਦੇ ਸਕਦਾ। ਲਿਖਣਾ ਤੇ ਦੂਰ ਦੀ ਗੱਲ ਹੈ, ਕੋਈ ਮੂੰਹੋਂ ਕਹਿ ਨਹੀਂ ਸਕਦਾ। ਕਿਹੜਾ ਇਹੋ ਜਿਹਾ ਹੋਵੇਗਾ ਜਿਹੜਾ ਮਹਾਰਾਜ ਦੀ ਗੋਦੀ ਵਿੱਚ ਇੰਨੇ ਮਹੀਨੇ ਰਿਹਾ ਹੋਵੇ, ਭੁੱਖਾ ਤੇ ਪਿਆਸਾ ਰਹਿ ਕੇ ਕਸ਼ਟ ਸਹਿ ਹੋਣ, ਆਪਣੇ ਭਰਾ ਜੰਗ ਵਿੱਚ ਸ਼ਹੀਦ ਹੁੰਦੇ ਵੇਖੇ ਹੋਣ ਤੇ ਮੁੜ ਕੇ ਆਖੇ ਵੀ ਮਹਾਰਾਜ ਆ ਮੇਰੀ ਤਲਵਾਰ ਇੱਥੇ ਪਈ ਜੇ, ਮੈਂ ਕਾਗਜ਼ ਤੇ ਲਿਖ ਕੇ ਤੁਰ ਚੱਲਿਆ। ਕੋਈ ਹੋਵੇਗਾ ਇਹੋ ਜਿਹਾ? ਨਹੀਂ ਹੋਵੇਗਾ। 10ਵੇਂ ਪਾਤਸ਼ਾਹ ਦੀ ਸੰਗਤ ਵਿੱਚ ਇਹੋ ਜਿਹਾ ਕੋਈ ਨਹੀਂ ਹੋਵੇਗਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹੋ ਜਿਹੀਆਂ ਕਵਿਤਾ, ਇਹੋ ਜਿਹੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ। ਮਹਾਰਾਜ ਦੀ ਬਾਣੀ ਨੂੰ ਜਿਹੜਾ ਪੜ੍ਹ ਲੈਂਦਾ ਹੈ, ਜਿਹੜਾ ਸੁਣ ਲੈਂਦਾ ਹੈ, ਉਹਦੇ ਮਨ ਵਿੱਚ ਇੰਨਾ ਉਤਸ਼ਾਹ ਆ ਜਾਂਦਾ ਹੈ, ਕਾਇਰਪੁਣਾ ਤੇ ਡਰਪੋਕਤਾ ਖਤਮ ਹੀ ਹੋ ਜਾਂਦੀ ਹੈ। ਇਹ ਮਨ ਵਿੱਚੋਂ ਡਰ ਭਰਮ ਦੂਰ ਹੋ ਜਾਂਦਾ ਹੈ। ਰਣ ਮਹਿਮਾ ਕੋ ਕਹੈ ਮਹਾਨੀ। ਤੇ ਉਹ ਜਿਹੜੇ ਸੂਰਮੇ ਨੇ ਫਿਰ ਜੰਗ ਦੀ ਭਾਰੀ ਮਹਿਮਾ ਕਹਿੰਦੇ ਮਹਾਰਾਜ ਕਦੋਂ ਜੰਗ ਆਵੇ ਤੇ ਕਦੋਂ ਅਸੀਂ ਜੰਗ ਵਿੱਚ ਵਰਤੀਏ, ਕਿਵੇਂ ਲੜੀਏ, ਕੋਈ ਸਮਾਂ ਬਣੇ ਅਸੀਂ ਆਪਣਾ ਤਨ ਲੇਖੇ ਲਾਈਏ। ਐਸੀ ਵੀਰ ਰਸੀ ਬਾਣੀ ਹੈ 10ਵੇਂ ਪਾਤਸ਼ਾਹ ਮਹਾਰਾਜ ਦੀ, ਜਿਸ ਬਾਣੀ ਨੂੰ ਗੁਰੂ ਕੇ ਸਿੱਖ ਪੜ੍ਹਦੇ ਹਨ। ਚਹਿਬੋ ਸਭ ਨਰ ਆਯੁਧ ਪਾਣੀ। ਚਹਿਬੋ ਸਭ ਨਰ ਆਯੁਧ ਪਾਣੀ। ਕਹਿਣ ਲੱਗੇ ਬਾਣੀ ਮਹਾਰਾਜ ਦੀ ਐਸੀ ਹੈ, ਜਿਹੜਾ ਬਾਣੀ ਨੂੰ ਪੜ੍ਹ ਲੈਂਦਾ ਹੈ ਨਾ, ਉਹਦਾ ਆਪਣੇ ਆਪ ਹੀ ਹੱਥ ਤਲਵਾਰ ਦੇ ਮੁੱਠੇ ਤੇ ਚਲਾ ਜਾਂਦਾ। 10ਵੇਂ ਪਾਤਸ਼ਾਹ ਦੀ ਬਾਣੀ ਤੋਂ ਇਕੱਲੇ ਸਿੱਖਾਂ ਨੂੰ ਅਲਰਜੀ ਨਹੀਂ ਹੈ, ਸਿੱਖਾਂ ਤੋਂ ਬਿਨਾਂ ਹੋਰ ਵੀ ਬੜਿਆਂ ਨੂੰ ਸੂਲ ਪੇਟ ਹੁੰਦਾ ਹੀ ਪਿਆ ਵੀ 10ਵੇਂ ਪਾਤਸ਼ਾਹ ਦੀ ਬਾਣੀ ਨੂੰ ਖਾਰਜ ਕੀਤਾ ਜਾਵੇ। ਇਹ ਵੀਰ ਰਸ ਪੈਦਾ ਕਰਦੀ ਹੈ, ਹਿੰਮਤ ਤੇ ਦਲੇਰੀ ਪੈਦਾ ਕਰਦੀ ਹੈ। ਇਹ ਬਾਣੀ ਪੜ੍ਹ ਕੇ ਸੂਰਮਤਾ ਹੀ ਪੈਦਾ ਹੁੰਦੀ ਹੈ। ਐਸੇ ਲੋਕ ਜਿਹੜੇ ਮਨ ਵਿੱਚ ਐਸੀ ਈਰਖਾ ਤੇ ਨਫ਼ਰਤ ਰੱਖਦੇ, ਉਹ 10ਵੇਂ ਪਾਤਸ਼ਾਹ ਦੀ ਬਾਣੀ ਦਾ ਫਿਰ ਉਲਟਾ ਪੁਲਟਾ ਪ੍ਰਚਾਰ ਕਰਦੇ। ਪਰ ਕਹਿਣ ਲੱਗੇ ਮਹਾਰਾਜ ਦੀ ਗੁਰਮੁਖੋ ਬਾਣੀ ਐਸੀ ਹੈ, ਜਿਹੜਾ ਪੜ੍ਹੇਗਾ ਉਹ ਸ਼ਸਤਰ ਕਿਉਂ ਨਹੀਂ ਧਾਰਨ ਕਰੇਗਾ, ਆਪਣੇ ਆਪ ਹੀ ਉਹਦਾ ਹੱਥ ਹਥਿਆਰ ਤੇ ਚਲੇ ਜਾਣਾ ਹੈ। ਤਲਵਾਰ ਦੇ ਮੁੱਠੇ ਨੂੰ ਆਪਣੇ ਆਪ ਹੀ ਉਹ ਫੜੇਗਾ
ਜਿਹੜਾ 10ਵੇਂ ਪਾਤਸ਼ਾਹ ਦੀ ਐਸੀ ਵੀਰ ਰਸੀ ਬਾਣੀ ਪੜ੍ਹਦਾ ਹੈ, ਆਨ ਕਵੀ ਬਹੁ ਪਾਸ ਤੇਰੇ ਹੈ। ਸਤਿਗੁਰਾਂ ਦੇ ਕੋਲ ਬੇਅੰਤ ਕਵੀ ਆਉਂਦੇ ਨੇ, ਮਹਾਰਾਜ ਦੇ ਕੋਲ ਰਹਿੰਦੇ ਹਨ। ਅਨੇਕ ਭਾਂਤ ਕੀ ਗਿਰਾ ਕਰੇ ਹੈ। ਅਨੇਕ ਤਰ੍ਹਾਂ ਦੀਆਂ ਕਵਿਤਾ ਮਹਾਰਾਜ ਦੇ ਕੋਲ, ਪ੍ਰੇਮ ਦੀਆਂ ਕਵਿਤਾ, ਵੀਰ ਰਸ ਪੈਦਾ ਕਰਨ ਵਾਲੀਆਂ, ਰੁਦਰ ਰਸ ਪੈਦਾ ਕਰਨ ਵਾਲੀਆਂ, ਜੰਗ ਦੇ ਵਿੱਚ ਨਿਰਭੈਤਾ ਕਰਨ ਵਾਲੀਆਂ ਕਵਿਤਾ ਕਵੀ ਲੋਕ ਆ ਕੇ ਬਣਾਉਂਦੇ ਨੇ ਤੇ ਮਹਾਰਾਜ ਨੂੰ ਸੁਣਾਉਂਦੇ ਹਨ। ਮਨ ਭਾਵਤ ਬੋਲ ਹੈ ਪਦਾਰਥ, ਅਤੇ ਮਨ ਭਾਉਂਦੇ ਪਦਾਰਥ ਮਹਾਰਾਜ ਕੋਲੋਂ ਮਿਲਦੇ। ਭਾਵੇਂ ਕੋਈ ਗੱਜਬਾਜ਼, ਕੋਈ ਗੱਜ ਹਾਥੀ ਚਾਹੁੰਦਾ ਹੈ, ਕੋਈ ਘੋੜਾ ਚਾਹੁੰਦਾ ਹੈ, ਕੋਈ ਘਰ ਚਾਹੁੰਦਾ, ਜੋ ਕੁਝ ਵੀ ਚਾਹੁੰਦਾ ਹੈ ਉਹ ਸਭ ਕੁਝ ਮਹਾਰਾਜ ਕੋਲੋਂ ਮਿਲਦਾ ਹੈ। ਦਰਬ ਦੀਲੇ ਪੁਰਬਹਿ ਸਵਾਰਥ, ਕਹਿਣ ਲੱਗੇ ਇਸੇ ਤਰ੍ਹਾਂ ਦਰਬ ਦੀ ਬੇਅੰਤ ਮਾਇਆ ਦਿੰਦੇ ਮਹਾਰਾਜ। ਆਪਾਂ ਕੱਲ ਦੇ ਦੀਵਾਨ ਵਿੱਚ ਇਹ ਬਚਨ ਸਰਵਣ ਕੀਤਾ ਸੀ ਵੀ ਇੱਕ ਕਵੀ ਦੀ ਕਵਿਤਾ ਸੁਣ ਕੇ ਮਹਾਰਾਜ ਨੇ 5 ਰੁਪਈਏ ਰੋਜ਼ਾਨਾ ਦੇਣ ਦੇ ਬਣ ਦਿੱਤੇ। 5 ਰੁਪਈਏ ਰੋਜ਼ ਦਿਆ ਕਰਾਂਗੇ ਤੇ ਪੰਜਾਂ ਦੇ ਹਿਸਾਬ ਦੇ ਨਾਲ 150 ਰੁਪਈਆ ਬਣ ਗਿਆ ਨਾ ਮਹੀਨੇ ਦਾ। ਉਹਨਾਂ ਸਮਿਆਂ ਦੇ ਵਿੱਚ ਇੰਨੀ ਤਨਖਾਹ ਤੇ ਹੋ ਸਕਦਾ ਵੱਡੇ ਕਿਸੇ ਅਫਸਰ ਦੀ ਵੀ ਨਾ ਹੋਵੇ ਜਿੰਨੀ ਮਾਇਆ ਮਹਾਰਾਜ ਆਪਣੇ ਕਵੀਆਂ ਨੂੰ ਬਖਸ਼ਿਸ਼ ਕਰਦੇ ਹਨ। ਭਾਰਤ ਕੇ ਗਨ ਪਰਬ ਉਦਾਰਾ, ਕਹਿਣ ਲੱਗੇ ਇਹ ਜਿਹੜਾ ਭਾਰਤ ਵਰਸ਼ ਹੈ ਨਾ, ਜਿਸ ਨੂੰ ਮਹਾਭਾਰਤ ਕਿਹਾ ਜਾਂਦਾ, ਜਿੰਨੇ ਵੀ ਇਹ ਭਾਰਤ ਵਰਸ਼ ਦੇ ਦੇਸ਼ ਹਨ, ਜਿਨ ਮਹਿ ਪਰਨਿਓ ਜੰਗ ਅਖਾਰਾ, ਜਿਨ੍ਹਾਂ ਦੇ ਵਿੱਚ ਜੰਗ ਦੇ ਬੜੇ ਬੜੇ ਵੱਡੇ ਵਰਣਨ ਕੀਤੇ। ਆਪਾਂ ਕਹਿ ਲਈਏ ਜਿਵੇਂ ਮਹਾਭਾਰਤ ਦੇ ਜੰਗ ਦਾ ਵਰਣਨ ਕੀਤਾ ਹੈ ਨਾ, ਗੀਤਾ ਦੇ ਵਿੱਚ ਜੰਗ ਦਾ ਵਰਣਨ ਕੀਤਾ। ਮਹਾਭਾਰਤ ਨਾਮ ਦਾ ਇੱਕ ਗ੍ਰੰਥ ਵੀ ਹੈ ਜਿਹਦੇ ਵਿੱਚ ਪੂਰੀ ਮਹਾਭਾਰਤ ਜਿਹੜੀ ਹੈ ਉਹਦੇ ਜੰਗ ਦਾ ਵਰਣਨ ਕੀਤਾ। ਐਸੇ ਜਿਹੜੇ ਗ੍ਰੰਥ ਹਨ ਸੋ ਕਵੀਆਂ ਤੇ ਕਹਿ ਬਣਵਾਏ, ਮਹਾਰਾਜ ਨੇ ਕਵੀਆਂ ਦੇ ਕੋਲੋਂ ਕਹਿ ਕੇ ਉਹ ਬਣਵਾਏ, ਉਹਨਾਂ ਦਾ ਉਲੱਥਾ ਕਰਵਾਇਆ। 10ਵੇਂ ਪਾਤਸ਼ਾਹ ਨੇ ਜਿਹੜੇ ਕਵੀ ਰੱਖੇ ਨਾ ਕੋਲ, ਕਿਉਂਕਿ ਬਾਕੀ ਧਰਮਾਂ ਦੇ ਗ੍ਰੰਥ ਜਿਹੜੇ ਨੇ ਉਹਨਾਂ ਦੀਆਂ ਭਾਸ਼ਾ ਵਿੱਚ ਨੇ। ਜੇ ਉਹਨਾਂ ਦਾ ਗ੍ਰੰਥ ਪੜ੍ਹਨਾ ਤੁਹਾਨੂੰ ਉਹਨਾਂ ਦੀ ਭਾਸ਼ਾ ਸਿੱਖਣੀ ਪਵੇਗੀ, ਫਿਰ ਉਹ ਭਾਸ਼ਾ ਸਿੱਖ ਕੇ ਉਹ ਪੜ੍ਹਨੀ ਪਵੇਗੀ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਗ੍ਰੰਥ ਵਿੱਚ ਕੀ ਲਿਖਿਆ। ਗੁਰਮੁਖੋ ਕਈ ਗ੍ਰੰਥ ਐਸੇ ਨੇ ਜਿਹੜੇ ਭਾਸ਼ਾ ਸਿੱਖਣ ਤੋਂ ਬਾਅਦ ਵਿੱਚ ਵੀ ਤੁਸੀਂ ਪੜ੍ਹ ਨਹੀਂ ਸਕਦੇ, ਤੁਹਾਨੂੰ ਆਗਿਆ ਨਹੀਂ ਹੈ, ਪਰਮਿਸ਼ਨ ਨਹੀਂ ਦੇਣਗੇ ਉਹ ਵੀ ਤੁਸੀਂ ਪੜ੍ਹ ਲਵੋ। ਮਹਾਰਾਜ ਬੜੇ ਦੂਰ ਅੰਦੇਸੀ ਨੇ, ਜਾਣਦੇ ਨੇ ਕਿ ਸਾਡੇ ਸਿੱਖਾਂ ਨੂੰ ਗਿਆਨ ਦੀ ਲੋੜ ਹੈ, ਗ੍ਰੰਥ ਦੀ ਲੋੜ ਹੈ। ਮਹਾਰਾਜ ਨੇ ਕੀ ਕੀਤਾ, ਕਈ ਬੋਲੀਆਂ ਦੇ ਤੇ ਕਈ ਭਾਸ਼ਾ ਨੂੰ ਜਾਣਨ ਵਾਲੇ ਕਵੀ ਰੱਖੇ ਆਪਣੇ ਕੋਲ। ਉਹਨਾਂ ਕਵੀਆਂ ਨੂੰ ਕਿਹਾ ਵੀ ਵੱਖ-ਵੱਖ ਧਰਮਾਂ ਦੇ ਗ੍ਰੰਥ ਪੜ੍ਹੋ, ਪੜ੍ਹ ਕੇ ਉਹਨਾਂ ਦਾ ਉਲੱਥਾ ਜਿਹੜਾ ਉਹ ਗੁਰਮੁਖੀ ਵਿੱਚ ਕਰੋ ਅਤੇ ਛੋਟਾ ਕਰ ਦਿਓ। ਕੇਵਲ ਮੁੱਖ ਗੱਲਾਂ, ਚੁਣਦੀਆਂ ਗੱਲਾਂ ਚੁੱਕ ਕੇ ਪੰਜਾਬੀ ਵਿੱਚ ਲਿਖ ਦਿਓ। ਆਪਾਂ ਕਹਿ ਦਿੰਦੇ ਨਾ 10ਮ ਗ੍ਰੰਥ, ਲੋਕੀ ਇਹ ਨਾਂ ਸੁਣ ਕੇ ਹੀ ਡਰ ਜਾਂਦੇ, ਉਹ ਨਫ਼ਰਤ ਕਰਦੇ, ਪਰ ਜਾਣਦੇ ਨਹੀਂ ਵੀ ਉਹਦੇ ਵਿੱਚ ਹੈ ਕੀ ਹੈ। 10ਮ ਗ੍ਰੰਥ ਦੇ ਵਿੱਚ ਜਿਹੜੇ 24 ਅਵਤਾਰ ਹੋਏ ਨੇ ਨਾ, 24 ਅਵਤਾਰਾਂ ਦੀ ਕਥਾ ਹੈ। ਥੋੜੇ ਥੋੜੇ ਪੰਨਿਆਂ ਦੇ ਵਿੱਚ ਮਹਾਰਾਜ ਨੇ ਲਿਖ ਦਿੱਤੀ ਹੈ, ਕਿਵੇਂ ਉਹਨਾਂ ਦੇ ਜਨਮ ਹੋਏ, ਕਿਵੇਂ ਉਹਨਾਂ ਦੇ ਜੰਗ ਹੋਏ, ਕਿਵੇਂ ਉਹਨਾਂ ਨੇ ਸਰੀਰ ਛੱਡਿਆ ਤੇ ਕੀ ਕੀ ਕੀਤਾ। ਜਿਵੇਂ ਰਾਮਾ ਅਵਤਾਰ ਹੈ, ਰਾਮਾ ਅਵਤਾਰ ਵਿੱਚ ਰਾਮ ਚੰਦਰ ਦਾ ਸਾਰਾ ਹੀ, ਕ੍ਰਿਸ਼ਨਾ ਅਵਤਾਰ ਦੇ ਵਿੱਚ ਭਗਵਾਨ ਕ੍ਰਿਸ਼ਨ ਦੀ ਸਾਰੀ ਹਿਸਟਰੀ ਲਿਖ ਦਿੱਤੀ। ਸਤਿਗੁਰੂ ਜਾਣਦੇ ਨੇ ਆਉਣ ਵਾਲੇ ਸਮੇਂ ਵਿੱਚ ਸਾਡੇ ਸਿੱਖ ਨੂੰ ਜੇ ਗ੍ਰੰਥ ਪੜ੍ਹਨਾ ਪਿਆ, ਪਹਿਲਾਂ ਸੰਸਕ੍ਰਿਤ ਸਿੱਖੇਗਾ, ਕਿਸੇ ਪੰਡਤ ਕੋਲ ਬੈਠ ਕੇ ਫਿਰ ਉਹਦਾ ਗ੍ਰੰਥ ਪੜ੍ਹੇਗਾ, ਉਹਦੇ ਕੋਲ ਰਹਿ ਕੇ ਲੰਮਾ ਸਮਾਂ ਲੱਗ ਜਾਵੇਗਾ। ਕਿਉਂ ਨਾ ਹੋਵੇ ਅਸੀਂ ਕੰਮ ਹੀ ਇਹੋ ਜਿਹਾ ਕਰੀਏ, ਆਪਣੇ ਸਿੱਖਾਂ ਨੂੰ ਗ੍ਰੰਥ ਆਪੇ ਹੀ ਲਿਖ ਕੇ ਦੇ ਜਾਈਏ, ਕਿਸੇ ਕੋਲ ਜਾਣਾ ਹੀ ਨਾ ਪਵੇ। ਜਿਹਨੂੰ ਆਪਾਂ 10ਮ ਗ੍ਰੰਥ ਆਖਦੇ ਹਾਂ ਨਾ, 10ਮ ਗ੍ਰੰਥ ਦੇ ਵਿੱਚ ਇਹ ਸਾਰੀਆਂ ਸਾਖੀਆਂ ਨੇ, ਸਾਰੇ ਅਵਤਾਰਾਂ ਦੀ ਕਥਾ ਹੈ। ਉਹਦੇ ਵਿੱਚ ਇਹ ਵੀ ਲਿਖਿਆ ਵੀ 23 ਅਵਤਾਰ ਹੋ ਚੁੱਕੇ ਨੇ ਤੇ 24ਵਾਂ ਅਵਤਾਰ ਹਾਲੇ ਹੋਣਾ ਹੈ। ਜਿਹੜਾ ਹੋਣਾ ਹੈ ਉਹਦੇ ਲੱਛਣ ਕੀ ਹੋਣਗੇ, ਉਦੋਂ ਸਮਾਂ ਕਿਹੋ ਜਿਹਾ ਹੋਵੇਗਾ, ਉਹ ਸਾਰੇ ਲੱਛਣ ਲਿਖੇ ਨੇ ਮਹਾਰਾਜ ਨੇ। ਇਹ ਸਮਾਂ ਹੋਵੇਗਾ, ਇਹੋ ਜਿਹਾ ਲੋਕਾਂ ਦਾ ਚਾਲ ਚੱਲਣ ਹੋਵੇਗਾ ਤੇ ਫਿਰ ਉਹ 24ਵਾਂ ਅਵਤਾਰ ਜਿਹੜਾ ਉਹ ਪੈਦਾ ਹੋਵੇਗਾ। ਵਿਦਵਾਨਾਂ ਨੇ ਉਸ ਨੂੰ ਕਲਕੀ ਅਵਤਾਰ ਲਿਖਿਆ, ਕਲਯੁਗ ਦਾ ਅਵਤਾਰ, ਕਲਕੀ ਅਵਤਾਰ ਆਉਣ ਵਾਲੇ ਸਮੇਂ ਦਾ। ਉਹਦੇ ਵਿੱਚ ਮਹਾਰਾਜ ਨੇ ਜਿਹੜੇ ਸ਼ਬਦ ਵਰਣਨ ਕੀਤੇ ਨੇ ਉਹ ਆਪਾਂ ਖੁੱਲ੍ਹੇ ਤੌਰ 'ਤੇ
ਉਹਨੂੰ ਕਹਿਣ ਤੋਂ ਸੰਕੋਚ ਕਰਦੇ ਆ। ਮਹਾਰਾਜ ਨੇ ਇਹੋ ਜਿਹਾ ਸਮਾਂ ਲਿਖਿਆ, ਇੰਨਾ ਭਿਆਨਕ ਸਮਾਂ ਆਵੇਗਾ, ਰਿਸ਼ਤਾ ਕੋਈ ਨਹੀਂ ਰਹਿ ਜਾਏਗਾ। ਕੋਈ ਵੀ ਖੂਨ ਦਾ ਰਿਸ਼ਤਾ ਨਹੀਂ ਰਹਿ ਜਾਵੇਗਾ। ਸਾਰੇ ਰਿਸ਼ਤੇ ਮਲੀਨ ਹੋ ਜਾਣਗੇ, ਗੰਦੇ ਹੋ ਜਾਣਗੇ, ਪਾਪੀ ਹੋ ਜਾਣਗੇ। ਜਿਵੇਂ ਅੱਜ ਆਪਾਂ ਅਖਬਾਰਾਂ ਦੇ ਵਿੱਚ ਜਾਂ ਹੋਰ ਖਬਰਾਂ ਵਿੱਚ ਸੁਣਦੇ ਹਨ, ਕੁਕਰਮ ਹੁੰਦੇ ਦੁਨੀਆ 'ਤੇ, ਪਾਪ ਹੁੰਦੇ, ਰਿਸ਼ਤੇ ਟੁੱਟਦੇ, ਔਰ ਖੂਨ ਦੇ ਰਿਸ਼ਤੇ ਲੱਜਤ ਹੁੰਦੇ। ਉਹ ਸਾਰਾ ਵਰਣਨ ਮਹਾਰਾਜ ਨੇ ਕੀਤਾ ਪਹਿਲਾਂ ਵੀ ਆਹ ਸਮਾਂ ਕਲਯੁਗ ਦੇ ਵਿੱਚ ਆਉਣਾ ਹੈ। ਪਰ ਗੱਲ ਇਹ ਆ ਵੀ ਸਾਨੂੰ ਤੇ ਉਹ ਗ੍ਰੰਥ ਪੜ੍ਹਨ ਤੋਂ ਪਹਿਲਾਂ ਹੀ ਡਰਾ ਦਿੱਤਾ ਵੀ ਇਹਦੇ ਨੇੜੇ ਨਾ ਜਾਇਓ। ਇਹ ਗ੍ਰੰਥ ਪੜ੍ਹੋਗੇ ਤੁਸੀਂ ਹਿੰਦੂ ਬਣ ਜਾਓਗੇ, ਗ੍ਰੰਥ ਪੜ੍ਹੋਗੇ ਮੁਸਲਮਾਨ ਬਣ ਜਾਓਗੇ। ਡਰਾ ਹੀ ਇਹਨਾਂ ਦਿੱਤਾ ਵੀ ਸਾਨੂੰ ਉਹ ਗ੍ਰੰਥ ਦਾ ਨਾਮ ਸੁਣ ਕੇ ਡਰ ਆਉਣ ਲੱਗ ਪੈਂਦਾ, ਸਾਨੂੰ ਉਹ ਗ੍ਰੰਥ ਦਾ ਨਾਮ ਸੁਣ ਕੇ ਨਫ਼ਰਤ ਪੈਦਾ ਹੋ ਜਾਂਦੀ। ਪਰ ਜੇ ਅਸੀਂ ਉਹਨੂੰ ਪੜ੍ਹ ਲਈਏ, ਸਾਨੂੰ ਬੜਾ ਹੀ ਗਿਆਨ ਉਹਦੇ ਵਿੱਚੋਂ ਲੱਭੇਗਾ। ਡਰਾਇਆ ਜਾਂਦਾ ਹੈ, ਚੰਡੀ ਦੀ ਵਾਰ ਪੜ੍ਹੋਗੇ ਤੁਹਾਨੂੰ ਗੁੱਸਾ ਆ ਜਾਏਗਾ। ਲੋਕ ਡਰਦੇ ਹੀ ਨਹੀਂ ਪੜ੍ਹਦੇ ਵੀ ਕਿਤੇ ਗੁੱਸਾ ਹੀ ਨਾ ਆ ਜਾਵੇ। ਤੇ ਅੱਗੇ ਤੂੰ ਬਹੁਤ ਸ਼ਾਂਤ ਬੈਠਾ ਵੀ ਅੱਗੇ ਤੈਨੂੰ ਗੁੱਸਾ ਨਹੀਂ ਆਉਂਦਾ। ਪਰਿਵਾਰ ਦੇ ਮੈਂਬਰਾਂ ਨਾਲ ਤੇ ਤੂੰ ਰੋਜ਼ ਲੜਦਾ ਪਿਆ, ਪਰਿਵਾਰ ਦੇ ਮੈਂਬਰਾਂ ਦੇ ਵਾਲ ਤੂੰ ਸਿਰ ਤੋਂ ਰੋਜ਼ ਫੜ ਕੇ ਰੱਖਦਾ, ਇਹਦੇ ਨਾਲ ਗਾਲਾਂ, ਉਹਦੇ ਨਾਲ ਗਾਲਾਂ, ਗੁਆਂਢੀਆਂ ਨਾਲ ਲੜਾਈ। ਜਿਹੜੀ ਗਲੀ 'ਚੋਂ ਲੰਘਦਾ ਲੋਕ ਪਰੇ ਹੋ ਜਾਂਦੇ ਵੀ ਆਹ ਮਕਾਲ ਦਾ ਮੁੱਢ ਆਉਂਦਾ ਪਿਆ, ਪਰੇ ਹੋ ਜਾਈਏ। ਪਰ ਜੇ ਉਹਨੂੰ ਕਹੀਏ ਨਾ ਵੀ ਚੰਡੀ ਦੀ ਵਾਰ, ਕਹਿਣ ਲੱਗਾ ਨਾ ਨਾ ਮੈਨੂੰ ਤੇ ਗੁੱਸਾ ਆਵੇਗਾ। ਅੱਗੇ ਤੂੰ ਬੜਾ ਸ਼ਾਂਤ ਬੈਠਾ ਵੀ ਤੈਨੂੰ ਗੁੱਸਾ ਨਹੀਂ ਆਉਂਦਾ। ਡਰ ਪਾ ਦਿੱਤਾ ਮਨ ਦੇ ਵਿੱਚ, ਪੜ੍ਹੋਗੇ ਤੇ ਗੁੱਸਾ ਆ ਜਾਏਗਾ। ਡਰ ਪਾ ਦਿੱਤਾ ਹੈ ਬਾਣੀ ਨੂੰ, ਰਾਤ ਨੂੰ ਪੜ੍ਹੋਗੇ ਤੇ ਤੁਸੀਂ ਸੌਂ ਨਹੀਂ ਸਕੋਗੇ, ਤੁਹਾਡੇ ਸਰਾਣੇ ਆ ਕੇ ਸ਼ਹੀਦ ਖੜ੍ਹ ਜਾਣਗੇ। ਜਿਨ੍ਹਾਂ ਦੇ ਸਰਾਣੇ ਸ਼ਹੀਦ ਖੜ੍ਹਦੇ ਨੇ ਨਾ ਆ ਕੇ, ਉਹਨਾਂ ਦਾ ਬੜਾ ਜੀਵਨ ਹੁੰਦਾ। ਤੇਰੇ ਲਾਗੇ ਤੇ ਭੂਤ ਨਾ ਆਵੇ ਕੋਈ ਜਿਹੋ ਜਿਹਾ ਤੇਰਾ ਜੀਵਨ, ਸ਼ਹੀਦ ਕਿੱਥੋਂ ਆ ਜਾਣਾ। ਪਰ ਗ੍ਰੰਥ ਨੂੰ ਪੜ੍ਹਨਾ ਗਿਆਨ ਵਾਸਤੇ, ਨਹੀਂ ਪੜ੍ਹਿਆ। ਸਾਡੇ ਅੰਦਰ ਡਰ ਹੀ ਇੰਨਾ ਪੈਦਾ ਕਰ ਦਿੱਤਾ ਵੀ ਚੰਡੀ ਦੀ ਵਾਰ ਉਹ ਨਹੀਂ ਪੜ੍ਹਨੀ, ਦਸਮ ਗ੍ਰੰਥ ਉਹ ਨਹੀਂ ਪੜ੍ਹਨਾ, ਉਹਦੇ ਵਿੱਚ ਇਹ ਲਿਖਿਆ, ਉਹਦੇ ਵਿੱਚ ਉਹ ਲਿਖਿਆ। ਪਰ ਦਸਵੇਂ ਪਾਤਸ਼ਾਹ ਨੇ ਉਹਦੇ ਵਿੱਚ ਜਾਣਕਾਰੀ ਲਿਖੀ ਹੈ। ਜਿਹੜੇ ਅਵਤਾਰ ਹੋਏ ਉਹਨਾਂ ਨੇ ਕੀ ਕੀਤਾ ਹੈ, ਜਿਹੜਾ ਅਵਤਾਰ ਅੱਗੇ ਆਵੇਗਾ ਉਹਨੇ ਕੀ ਕਰਨਾ ਹੈ। ਇਹ ਮਹਾਰਾਜ ਨੇ ਕਵੀ ਰੱਖੇ ਸਨ, ਬੜੀ ਮੋਟੀ ਮਾਇਆ ਦੇ ਕੇ ਆਪਣੇ ਖਜ਼ਾਨੇ ਵਿੱਚੋਂ ਮਹਾਰਾਜ ਨੇ ਵਿਦਵਾਨ ਰੱਖੇ। ਉਹਨਾਂ ਵਿਦਵਾਨਾਂ ਨੂੰ ਆਖਿਆ ਸਾਰੇ ਧਰਮਾਂ ਦੇ ਗ੍ਰੰਥ ਪੜ੍ਹੋ, ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਤੇ ਉਹਦਾ ਉਲੱਥਾ ਪੰਜਾਬੀ ਵਿੱਚ ਕਰ ਦਿਓ, ਇੱਕ ਸੋਹਣਾ ਜਿਹਾ ਗ੍ਰੰਥ ਬਣਾ ਦਿਓ, ਮੇਰੇ ਸਿੱਖ ਆਉਣ ਵਾਲੇ ਸਮੇਂ ਵਿੱਚ ਪੜ੍ਹਦੇ ਰਹਿਣ। ਉਹ ਜਿਹੜੇ ਗ੍ਰੰਥ ਕਵੀਆਂ ਨੇ ਬਣਾਏ, ਵਿਦਵਾਨਾਂ ਨੇ ਲਿਖਿਆ ਵੀ ਉਹ ਕਾਗਜ਼ ਦਾ ਭਾਰ 9 ਮਣ ਸੀ। 9 ਮਣ ਗ੍ਰੰਥ, 9 ਮਣ ਦੇ ਉਹ ਕਾਗਜ਼ ਸਨ ਜਿਨ੍ਹਾਂ ਵਿੱਚ ਕਵਿਤਾ ਲਿਖੀਆਂ ਗਈਆਂ, ਇਤਿਹਾਸ ਲਿਖਿਆ ਗਿਆ, ਗ੍ਰੰਥ ਬਣਾਏ ਗਏ। ਤੇ ਜਦੋਂ ਮਹਾਰਾਜ ਨੇ ਸਰਸਾ ਨਦੀ ਨੂੰ ਪਾਰ ਕੀਤਾ, ਉਦੋਂ ਸਾਰੇ ਗ੍ਰੰਥ ਜਿਹੜੇ ਸਨ ਪਾਣੀ ਦੇ ਪ੍ਰਵਾਹ, ਜਲ ਦੇ ਪ੍ਰਵਾਹ ਹੋ ਗਏ, ਰੁੜ ਗਏ। ਉਹਨਾਂ ਗ੍ਰੰਥਾਂ ਦਾ ਬੜਾ ਥੋੜ੍ਹਾ ਜਿਹਾ ਹਿੱਸਾ ਰਹਿ ਗਿਆ, ਜਿਹਨੂੰ ਅੱਜ ਅਸੀਂ ਦਸਮ ਗ੍ਰੰਥ ਕਹਿੰਦੇ ਹਾਂ ਜਾਂ ਦਸਮ ਪੋਥੀ ਕਹਿ ਲਈਏ, ਦਸਮ ਗ੍ਰੰਥ ਕਹਿ ਲਈਏ। ਥੋੜ੍ਹਾ ਜਿਹਾ ਭਾਗ ਰਹਿ ਗਿਆ, ਬਾਕੀ ਸਾਰਾ ਜੰਗ ਦੇ ਵਿੱਚ ਨਸ਼ਟ ਹੋ ਗਿਆ, ਜੰਗ ਦੇ ਵਿੱਚ ਜਲ ਪ੍ਰਵਾਹ ਹੋ ਗਿਆ। ਬਹੁਤਾ ਸਾਹਿਤ ਜਿਹੜਾ ਹੈ ਨਾ ਉਹ ਕੱਢਿਆ ਨਹੀਂ ਜਾ ਸਕਿਆ ਜੰਗ ਦੇ ਸਮੇਂ। ਸੋ ਰੋਹ ਵਿਚਾਰ ਮਹਾਰਾਜ ਨੇ ਕਵੀ ਰੱਖੇ ਨੇ। ਉਹਨਾਂ ਕਵੀਆਂ ਦੇ ਕੋਲੋਂ ਮਹਾਂਭਾਰਤ ਦਾ ਜੰਗ ਕਿਉਂ ਹੋਇਆ ਉਹਦਾ ਉਲੱਥਾ ਕਰਵਾਇਆ ਹੈ। ਕ੍ਰਿਸ਼ਨਾ ਅਵਤਾਰ ਭਗਵਾਨ ਕ੍ਰਿਸ਼ਨ ਜੀ ਕਿਉਂ ਹੋਏ, ਕੀ ਕੀਤਾ, ਉਹਦਾ ਉਲੱਥਾ ਕਰਵਾਇਆ। ਰਾਮਚੰਦਰ ਜੀ ਕਿਉਂ ਹੋਏ, ਕੀ ਕੀਤਾ, ਵਿਸ਼ਨੂੰ ਭਗਵਾਨ ਨੇ ਕੀ ਕੀਤਾ, ਬ੍ਰਹਮਾ ਕੀ ਕਰਦਾ, ਨਾਰਦ ਕੀ ਕਰਦਾ, ਇੰਦਰ ਕੀ ਕਰਦਾ, ਉਹਨਾਂ ਦੀਆਂ ਸਾਖੀਆਂ ਜਿਹੜੀਆਂ ਸਾਰੀਆਂ ਲਿਖੀਆਂ ਗਈਆਂ ਬੜੀ ਸੌਖੀ ਭਾਸ਼ਾ ਦੇ ਵਿੱਚ। ਇਸ ਤਰ੍ਹਾਂ ਮਹਾਰਾਜ ਨੇ ਕਵੀ ਰੱਖੇ ਹੋਏ ਜਿਹੜੇ ਬੜੇ ਬੜੇ ਸੋਹਣੀ ਸੁੰਦਰ ਛੰਦਾਬੰਦੀ ਬਣਾ ਕੇ, ਕਵਿਤਾ ਬਣਾ ਕੇ ਮਹਾਰਾਜ ਦੇ ਕੋਲ ਗ੍ਰੰਥ ਸਾਂਭ ਕੇ ਰੱਖਦੇ ਹਨ। ਅਨੇਕ ਛੰਦ ਸੁੰਦਰ ਬਿਦ ਗਾਏ, ਅਨੇਕ ਤਰ੍ਹਾਂ ਦੇ ਬੜੇ ਬੜੇ ਸੋਹਣੇ ਛੰਦ। ਜੀ ਕਰਦਾ ਪੜ੍ਹੀ ਚੱਲੀਏ। ਆਪਾਂ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਪਹਿਲਾਂ ਪਹਿਲਾਂ ਸਾਨੂੰ ਡਰ ਲੱਗਦਾ, ਬੜੀ ਔਖੀ ਲੱਗਦੀ ਹੈ। ਜਦੋਂ ਇਸ ਬਾਣੀ ਨੂੰ ਥੋੜ੍ਹੇ ਦਿਨ ਪੜ੍ਹ ਲਈਏ ਫਿਰ ਇੰਨੀ ਸੌਖੀ ਲੱਗਦੀ ਹੈ, ਜੀ ਕਰਦਾ ਪੜ੍ਹੀ ਚੱਲੀਏ। ਆਪਣੇ ਆਪ ਹੀ ਸ਼ਬਦ ਨਾਲ ਸ਼ਬਦ ਜੁੜਦਾ ਜਾਂਦਾ ਹੈ, ਰਸ ਆਉਂਦਾ ਹੈ, ਸਵਾਦ ਆਉਂਦਾ ਹੈ। ਐਸੀ ਬਾਣੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਲਿਖੀ ਹੈ। ਉਹਨੂੰ ਪੜ੍ਹ ਕੇ ਗੁਰੂ ਕਿਆ ਸਿੱਖਾ, ਨਾ ਤੂੰ ਹਿੰਦੂ ਬਣ ਚੱਲਿਆ, ਨਾ ਤੂੰ ਮੁਸਲਮਾਨ ਬਣ ਚੱਲਿਆ। ਉਹਨੂੰ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰ, ਗਿਆਨ ਪ੍ਰਾਪਤ ਕਰ। ਸਿੱਖੀ ਇੰਨੀ ਕੱਚੀ ਨਹੀਂ ਹੈ ਕਿ ਜੇ ਤੂੰ ਗ੍ਰੰਥ ਪੜ੍ਹ ਲਵੇਂਗਾ ਤਾਂ ਤੇਰੇ ਅੰਦਰੋਂ ਸਿੱਖੀ ਖਤਮ ਹੋ ਜਾਏਗੀ।
ਕਿਸੇ ਨੂੰ ਈਦ ਦੀ ਮੁਬਾਰਕ ਦੇ ਦੇਵੇਂਗਾ ਤੂੰ ਸਿੱਖ ਨਹੀਂ ਰਵੇਂਗਾ, ਕਿਸੇ ਨੂੰ ਹੋਲੀ ਦੀ ਮੁਬਾਰਕ ਕਹਿ ਦੇਵੇਂਗਾ ਤੇ ਸਿੱਖ ਨਹੀਂ ਰਵੇਂਗਾ। ਇਹ ਤੇ ਐਵੇਂ ਸਾਨੂੰ ਡਰਾ ਕੇ ਧਰਮ ਤੋਂ ਦੂਰ, ਦੂਜਿਆਂ ਤੋਂ ਦੂਰ ਕੀਤਾ ਜਾ ਰਿਹਾ। ਇਸ ਤਰ੍ਹਾਂ ਧਰਮ ਕਦੇ ਖਤਮ ਨਹੀਂ ਹੋਇਆ ਕਰਦੇ, ਨਾ ਕੋਈ ਕਰ ਸਕਦਾ। ਔਰ ਜਿਹੜਾ ਸਿੱਖ ਧਰਮ ਹੈ ਇਹਨੂੰ ਤਾਂ ਚਲਾਇਆ ਹੀ ਪ੍ਰਮਾਤਮਾ ਨੇ ਆਪ ਹੈ ਨਾ। ਜਿਹੜਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਿਹਨੂੰ ਪਰਮਾਤਮਾ ਨੇ ਆਪ ਪੈਦਾ ਕੀਤਾ ਹੋਵੇ ਉਹ ਕਦੇ ਖਤਮ ਨਹੀਂ ਹੁੰਦਾ ਹੈ। ਸ਼੍ਰੀ ਅਜੀਤ ਸਿੰਘ ਆਨੰਦ ਬਿਲੰਦ ਕਹਿਣ ਲੱਗੇ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਨੇ, ਬੜੇ ਭਾਰੀ ਆਨੰਦ ਵਿੱਚ ਹਨ। ਬੈਠਾ ਹੈ ਨਿਕਟ ਪਿਤਾ ਸੁਖ ਇਹ ਕੰਦ। ਆਪਣੇ ਪਿਤਾ ਦੇ ਅਨੁਕੂਲ ਬੈਠਦੇ ਨੇ। ਇੰਨੇ ਕੁ ਜਵਾਨ ਹੋ ਗਿਆ, ਸਮਝਦਾਰੀ ਆ ਗਈ ਹੈ, ਬੈਠਣ ਉੱਠਣ ਦਾ ਪਤਾ ਲੱਗ ਗਿਆ। ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਮਹਾਰਾਜ ਦੇ ਕੋਲ ਬੈਠਦੇ ਹਨ। ਖੇਲਤ ਸ਼੍ਰੀ ਜੁਝਾਰ ਸਿੰਘ ਆਵੇ। ਬਾਬਾ ਜੁਝਾਰ ਸਿੰਘ ਜੀ 4-5 ਸਾਲ ਛੋਟੇ ਨੇ। ਉਹ ਕਦੇ ਕਦੇ ਵਿਹੜੇ ਵਿੱਚ ਖੇਡਦੇ ਨੇ, ਕਦੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਆ ਜਾਂਦੇ ਹਨ। ਪਿਤਾ ਸਮੀਪ ਥੇ ਰਹਿ ਹਰ ਆਪਣੇ ਖਾਵੇ। ਪਿਤਾ ਦੇ ਕੋਲ ਬੈਠਦੇ ਨੇ। ਦੋਨੇ ਸਾਹਿਬਜ਼ਾਦੇ ਬੜੇ ਖੁਸ਼ ਹਨ। ਅੰਕ ਵਿਖੈ ਦਾਇਆ ਲੈ ਆਵੇ। ਕਹਿਣ ਲੱਗੇ ਦਾਈ ਤੇ ਦਾਇਆ। ਸਾਰਿਆਂ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਹਾਲੇ ਗੋਦੀ ਵਿੱਚ ਹੀ ਨੇ। ਕਦੇ ਕਦੇ ਦਾਇਆ ਚੁੱਕ ਕੇ, ਦਾਇਆ ਬੰਦੇ ਨੂੰ ਕਿਹਾ ਜਾਂਦਾ, ਦਾਈ ਬੀਬੀ ਨੂੰ ਆਖਿਆ ਜਾਂਦਾ ਹੈ। ਕਹਿਣ ਲੱਗੇ ਵੀ ਉਹ ਦਾਇਆ ਜਿਹੜਾ ਕਦੇ ਕਦੇ ਸਾਹਿਬਜ਼ਾਦੇ ਨੂੰ ਚੁੱਕ ਕੇ ਮਹਾਰਾਜ ਦੇ ਕੋਲ ਲੈ ਕੇ ਆਉਂਦੇ ਹਨ। ਸ਼੍ਰੀ ਜੋਰਾਵਰ ਸਿੰਘ ਸੁਹਾਵੇ। ਸਤਿਗੁਰਾਂ ਦੇ ਸਾਹਿਬਜ਼ਾਦੇ ਦਾ ਨਾਮ ਬਾਬਾ ਜੋਰਾਵਰ ਸਿੰਘ ਹੈ। ਜਦੋਂ ਹੁਸੈਨ ਖਾਨ ਨਾਮ ਦਾ ਪਠਾਨ ਆਇਆ ਨਾ ਜੰਗ ਕਰਨ ਵਾਸਤੇ, ਤੇ ਜੰਗ ਕਰਨ ਤੋਂ ਬਿਨਾਂ ਹੀ ਮੁੜ ਗਿਆ। ਇੱਧਰੋਂ ਸਾਹਿਬਜ਼ਾਦੇ ਦਾ ਜਨਮ ਹੋਇਆ। ਪੁੱਛਿਆ ਮਹਾਰਾਜ ਨਾਮ ਕੀ ਰੱਖੀਏ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਸਾਹਿਬਜ਼ਾਦਾ ਇੰਨਾ ਜੋਰਾਵਰ ਹੈ, ਇਹਦੇ ਆਉਣ ਕਰਕੇ ਦੁਸ਼ਮਣ ਬਿਨਾਂ ਜੰਗ ਲੜੇ ਤੋਂ ਹੀ ਮਰ ਕੇ ਖਪ ਕੇ ਤੇ ਨਸ਼ਟ ਹੋ ਗਿਆ। ਇਹਦਾ ਨਾਮ ਵੀ ਅਸੀਂ ਜੋਰਾਵਰ ਹੀ ਰੱਖਾਂਗੇ। ਇਸ ਤਰ੍ਹਾਂ ਮਹਾਰਾਜ ਨੇ ਸਾਹਿਬਜ਼ਾਦਿਆਂ ਦੇ ਨਾਮ ਰੱਖੇ ਹਨ। ਹੇਰ ਹੇਰ ਹੋਵਤ ਬਲਿਹਾਰੀ। ਤੇ ਇਸ ਤਰ੍ਹਾਂ ਮਾਤਾ ਸਾਹਿਬ ਮਾਤਾ ਗੁਜਰੀ ਜੀ 3 ਪੋਤਰੇ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ। ਕਰਹਿ ਸਰਾਹਨ ਬਹੁ ਨਰ ਨਾਰੀ। ਅਨੰਦਪੁਰ ਸਾਹਿਬ ਦੇ ਵਿੱਚ ਕਹਿਣ ਲੱਗੇ ਜਿਹੜਾ ਵੀ ਸਾਹਿਬਜ਼ਾਦਿਆਂ ਨੂੰ ਤੱਕਦਾ ਬੜੇ ਖੁਸ਼ ਹੁੰਦੇ ਹਨ। ਜੇਵਰ ਜਬਰ ਜੋਤ ਜਿਨ ਜਾਹਰ। ਕਹਿਣ ਲੱਗੇ ਬੜੇ ਬੜੇ ਸੋਹਣੇ ਜੇਵਰ ਜਿਹੜੇ ਗਹਿਣੇ ਨੇ ਨਾ, ਜਿਨ੍ਹਾਂ ਵਿੱਚ ਹੀਰੇ ਲੱਗੇ ਹੋਏ, ਮੋਤੀ ਲੱਗੇ ਹੋਏ, ਬੜੇ ਚਮਕਦੇ ਹਨ। ਜਗਮਗ ਜ਼ਾਹਰ ਜਰੇਜ਼ਾ ਬਾਹਰ। ਜਿਨ੍ਹਾਂ ਦੇ ਵਿੱਚ ਜਗਮਗ ਹੁੰਦੀ ਹੈ, ਬੜੇ ਜਗਦੇ ਨੇ, ਬੜੇ ਚਮਕਦੇ ਨੇ। ਐਸੇ ਜਿਹੜੇ ਸੁੰਦਰ ਗਹਿਣੇ ਮਹਿੰਗੇ ਹਨ। ਸ਼੍ਰੀ ਜੀਤੋ ਕੀ ਬਹੁ ਮਿਲਾਖਾ। ਕਹਿਣ ਲੱਗੇ ਮਾਤਾ ਸਾਹਿਬ ਮਾਤਾ ਜੀਤੋ ਜੀ ਨਾ, ਇਹ ਬੜੇ ਸੋਹਣੇ ਸੁੰਦਰ ਗਹਿਣੇ ਆਪਣੇ ਪੁੱਤਰਾਂ ਨੂੰ ਪਾ ਕੇ ਰੱਖਦੇ ਹਨ। ਗੁਰਪਤ ਵਿਖੈ ਭਾਵ ਨਿਤ ਰਾਖਾ। ਆਪਣੇ ਪਿਤਾ ਆਪਣੇ ਪਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਵਿੱਚ ਬਹੁਤ ਜ਼ਿਆਦੀ ਭਾਵਨਾ ਮਾਤਾ ਜੀਤੋ ਜੀ ਰੱਖਦੇ ਹਨ। ਮਨ ਹੈ ਸਦਾ ਜਦਾ ਪ੍ਰਭ ਕਹੈ। ਅਤੇ ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰਦੇ, ਮਾਤਾ ਜੀਤੋ ਜੀ ਉਸੇ ਤਰ੍ਹਾਂ ਬਚਨ ਮੰਨਦੇ ਹਨ। ਤਿਮ ਸੇਵਤ ਸਤ ਸੰਗਤ ਰਹੈ। ਇਸ ਤਰ੍ਹਾਂ ਸੇਵਾ ਕਰਦੇ ਸਤ ਸੰਗਤ ਦੇ ਵਿੱਚ ਬੈਠ ਕੇ। ਪਤ ਮੂਰਤ ਕੋ ਹਿਰਦੈ ਵਸਾਵੇ। ਆਪਣੇ ਪਤੀ ਦੀ ਮੂਰਤੀ ਨੂੰ, ਪਤੀ ਦੇ ਧਿਆਨ ਨੂੰ ਹਿਰਦੇ ਵਿੱਚ ਵਸਾਉਂਦੇ ਹਨ। ਫਿਰ ਕਰ ਮਨ ਕੋ ਮੋਦ ਉਪਾਵੇ। ਆਪਣੇ ਮਨ ਨੂੰ ਟਿਕਾ ਕੇ ਤੇ ਬਹੁਤ ਭਾਰੀ ਆਨੰਦ ਲੈਂਦੇ ਹਨ। ਬਹੁ ਵਿਲਾਖਾ ਲਕਰ ਸੁਆਮੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਨ ਦੀ ਅਭਿਲਾਖਾ, ਮਨ ਦੀ ਇੱਛਾ ਜਾਣ ਕੇ ਤਿਸਕੇ ਮੰਦਰ ਅੰਤਰ ਜਾਮੀ। ਸਤਿਗੁਰੂ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਫਿਰ ਜਾਂਦੇ ਹਨ। ਵਾਰ ਸ਼ਨਿਚਰ ਕੀ ਨਿਸ ਜਾਵੇ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਰੋਜ਼ ਆਪਣੇ ਘਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਉਪਰੰਤ ਪਹੁੰਚਦੇ ਹਨ। ਬਸੇ ਜਾਏ ਜੀਤੋ ਗ੍ਰਹਿ ਤਬੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲਾਂ ਦੇ ਵਿੱਚ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਰਹਿੰਦੇ ਨੇ, ਅਤੇ ਮਾਤਾ ਸਾਹਿਬ ਮਾਤਾ ਗੁਜਰੀ ਜੀ ਵੀ ਮਹਿਲ ਦੇ ਵਿੱਚ ਨਿਵਾਸ ਕਰਦੇ ਹਨ। ਕਰ ਕੈ ਮੰਗਲ ਅਨੇਕ ਪ੍ਰਕਾਰੇ। ਅਨੇਕ ਤਰ੍ਹਾਂ ਦੇ ਮੰਗਲ ਤੇ ਖੁਸ਼ੀਆਂ ਘਰ ਵਿੱਚ ਹੁੰਦੇ ਹਨ। ਸੇਵੈ ਚਰਨ ਕਮਲ ਹਿਤ ਧਾਰੇ। ਕਹਿਣ ਲੱਗੇ ਵੀ ਇਸ ਤਰ੍ਹਾਂ ਬੜੇ ਹਿਤ ਪ੍ਰੇਮ ਦੇ ਨਾਲ ਸੰਗਤਾਂ ਔਰ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਪਰਸਦੇ ਹਨ। ਚੌਥੀ ਵਾਰ ਨੰਦ ਚੌਥੇ ਹਿਤ। ਕਹਿਣ ਲੱਗੇ ਵੀ ਇਸੇ ਤਰ੍ਹਾਂ ਮਹਾਰਾਜ ਜੀਆਂ ਦੇ ਘਰ ਦੇ ਵਿੱਚ 3 ਪੁੱਤਰ ਪ੍ਰਾਪਤ ਹੋ ਗਏ ਨੇ। ਵੱਡੇ ਪੁੱਤਰ ਨੇ ਬਾਬਾ ਅਜੀਤ ਸਿੰਘ ਜੀ, ਜੋ ਮਾਤਾ ਸਾਹਿਬ ਮਾਤਾ ਸੁੰਦਰੀ ਜੀਆਂ ਦੀ ਕੁੱਖ ਤੋਂ ਜਿਨ੍ਹਾਂ ਨੇ ਜਨਮ ਲਿਆ ਹੈ, ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਨੇ, ਉਹਨਾਂ ਨੇ ਮਾਤਾ ਸਾਹਿਬ ਮਾਤਾ ਜੀਤੋ ਜੀਆਂ ਦੀ ਕੁੱਖ ਤੋਂ ਜਨਮ ਲਿਆ ਹੈ। ਇਸ ਤਰ੍ਹਾਂ 3 ਸਾਹਿਬਜ਼ਾਦੇ ਮਹਾਰਾਜ ਦੇ ਘਰ ਇਸ ਵੇਲੇ ਪ੍ਰਾਪਤ ਹੋ ਚੁੱਕੇ, ਅਤੇ 1 ਸਾਹਿਬਜ਼ਾਦਾ ਮਾਤਾ ਸੁੰਦਰੀ ਜੀਆਂ ਦਾ, 2 ਸਾਹਿਬਜ਼ਾਦੇ ਮਾਤਾ ਜੀਤੋ ਜੀਆਂ ਦੇ ਹਨ। ਪਰ ਕਹਿਣ ਲੱਗੇ ਚੌਥੇ ਸਾਹਿਬਜ਼ਾਦੇ ਧੰਨ ਬਾਬਾ ਫਤਿਹ ਸਿੰਘ ਜੀ, ਜਿਹੜੇ ਸਾਰਿਆਂ ਤੋਂ ਛੋਟੇ ਨੇ ਔਰ ਜਿਨ੍ਹਾਂ ਦੇ ਬਾਣੇ ਤੋਂ ਪੰਥ ਚੱਲਿਆ ਹੈ,
ਬਾਬਾ ਫਤਿਹ ਸਿੰਘ ਜੀ ਦਾ ਬੜਾ ਵੱਡਾ ਨਾਮ ਹੈ, ਬੜਾ ਵੱਡਾ ਰੁਤਬਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੱਕ ਵੇਲੇ ਬਚਨ ਕੀਤੇ, ਕਹਿਣ ਲੱਗੇ ਅਕਾਲ ਪੁਰਖ ਦੇ ਦਰਸ਼ਨ ਕਿਸ ਤਰ੍ਹਾਂ ਦੇ ਹੋਣਗੇ। ਤੇ ਬਾਬਾ ਫਤਿਹ ਸਿੰਘ ਜੀਆਂ ਨੇ ਉਸ ਵੇਲੇ ਕਹਿਣ ਲੱਗੇ ਨੀਲਾ ਬਾਣਾ ਪਾ ਕੇ, ਬੜੀ ਸੋਹਣੀ ਸਿਰ 'ਤੇ ਦਸਤਾਰ ਬੰਨ੍ਹ ਕੇ, ਦੁਮਾਲਾ ਸਜਾ ਕੇ, ਕਮਰ ਕੱਸਾ ਲਾ ਕੇ, ਹੱਥ ਵਿੱਚ ਸ਼ਸਤਰ ਫੜ ਕੇ ਜਿਸ ਵੇਲੇ ਆ ਕੇ ਦੀਵਾਨ ਵਿੱਚ ਪ੍ਰਾਪਤ ਹੋਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਾ ਫਤਿਹ ਸਿੰਘ ਨੂੰ ਆਉਂਦਿਆਂ ਵੇਖ ਕੇ ਉੱਠ ਕੇ ਖੜੇ ਹੋ ਗਏ। ਬਚਨ ਕੀਤਾ ਮੁਖੋਂ, ਕਹਿਣ ਲੱਗੇ ਵਾਕਿਆ ਹੀ ਅਕਾਲ ਪੁਰਖ ਸਾਹਿਬ ਜੀ ਦਾ ਇਸੇ ਤਰ੍ਹਾਂ ਦਾ ਸਰੂਪ ਹੈ ਜਿਸ ਤਰ੍ਹਾਂ ਦੇ ਤੁਸੀਂ ਸਾਨੂੰ ਦਰਸ਼ਨ ਕਰਵਾਏ। ਸਤਿ ਸ਼੍ਰੀ ਅਕਾਲ। ਇਹ ਬਚਨ ਕਰਕੇ ਨਾਲ ਹੀ ਮਹਾਰਾਜ ਨੇ ਬਚਨ ਆਖਿਆ, ਕਹਿਣ ਲੱਗੇ ਬਾਬਾ ਫਤਿਹ ਸਿੰਘ ਜੀ ਤੁਹਾਡੇ ਇਸ ਬਾਣੇ ਦਾ ਅੱਗੇ ਪੰਥ ਚੱਲੇਗਾ ਤੇ ਤੁਹਾਡਾ ਨਾਮ ਹਮੇਸ਼ਾ ਹੀ ਜਿਹੜਾ ਹੈ ਇਸ ਧਰਤੀ ਦੇ ਉੱਪਰ ਰੋਸ਼ਨ ਰਹੇਗਾ। ਐਸਾ ਪੰਥ ਤੁਹਾਡੇ ਲਿਬਾਸ ਤੋਂ, ਤੁਹਾਡੇ ਬਾਣੇ ਤੋਂ ਪ੍ਰਗਟ ਹੋਵੇਗਾ। ਇਹ ਦਾਤਾਂ ਜਿਹੜੀਆਂ ਸਨ ਬਾਬਾ ਫਤਿਹ ਸਿੰਘ ਜੀਆਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਸਨ। ਉਸ ਬਾਬਾ ਫਤਿਹ ਸਿੰਘ ਜੀਆਂ ਦੇ ਕਹਿਣ ਲੱਗੇ ਦੁਨੀਆ 'ਤੇ ਆਉਣ ਦਾ ਸਮਾਂ ਹੋਇਆ, ਚੌਥਾ ਪੁੱਤਰ ਮਹਾਰਾਜ ਦੇ ਘਰੇ ਪ੍ਰਾਪਤ ਹੋਣ ਦਾ ਸਮਾਂ ਪਹੁੰਚਾ ਹੈ। ਨਿਜ ਘਰ ਵਸੇ ਆਨੰਦ ਦੇ ਵੇਹਤ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਆ ਕੇ ਰਹਿੰਦੇ ਹਨ। ਪੰਚਮ ਬੇਰ ਨ ਵਸੇ ਗੁਸਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਜਿਵੇਂ ਜਿਵੇਂ ਪਰਿਵਾਰ ਦੀ ਅਭਿਲਾਖਾ ਹੈ, ਔਰ ਗੁਰਮੁਖੋ ਮਹਾਰਾਜ ਨੇ ਪਹਿਲਾਂ ਵੀ ਬਚਨ ਕੀਤੇ ਕਿ ਇਹ ਜਿਹੜੇ ਪੁੱਤਰ ਨੇ ਅਸੀਂ ਕੌਮ ਤੋਂ ਵਾਰਨ ਵਾਸਤੇ ਹੀ ਦੁਨੀਆ 'ਤੇ ਲੈ ਕੇ ਆਉਂਦੇ ਨੇ। ਇਹ ਪਹਿਲਾਂ ਬਚਨ ਮਹਾਰਾਜ ਕਹਿ ਚੁੱਕੇ ਵੀ ਸਮਾਂ ਆਵੇਗਾ ਇਹਨਾਂ ਚਾਰ ਪੁੱਤਰਾਂ ਦੀ ਕੁਰਬਾਨੀ ਹੋਣੀ ਹੈ। ਮਾਤਾ ਸਾਹਿਬ ਮਾਤਾ ਜੀਤੋ ਜੀਆਂ ਨੇ ਬਚਨ ਕੀਤੇ ਸਨ ਮਹਾਰਾਜ ਪੁੱਤਰ ਜਵਾਨ ਹੁੰਦੇ ਤੇ ਇਹਨਾਂ ਦੇ ਵਿਆਹ ਕਾਰਜਾਂ ਵਾਸਤੇ ਆਪਾਂ ਨੂੰ ਯਤਨ ਕਰਨਾ ਚਾਹੀਦਾ। ਇਹ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਆਖਿਆ ਸੀ, ਕਹਿਣ ਲੱਗੇ ਨਹੀਂ ਜੀਤੋ ਜੀ, ਇਹਨਾਂ ਦੇ ਦੁਨਿਆਵੀ ਵਿਆਹ ਨਹੀਂ ਹੋਣਗੇ, ਲਾੜੀ ਮੌਤ ਨੂੰ ਵਿਆਹੁਣਗੇ। ਮਾਤਾ ਸਾਹਿਬ ਮਾਤਾ ਜੀਤੋ ਜੀ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਇਹ ਕੀ ਬਚਨ ਕਰਦੇ ਪਏ? ਤੇ ਸਤਿਗੁਰਾਂ ਨੇ ਫਿਰ ਆਉਣ ਵਾਲਾ ਸਮਾਂ ਦੱਸਿਆ ਤੇ ਵਿਖਾ ਦਿੱਤਾ। ਕਹਿਣ ਲੱਗੇ ਤੇਰੇ ਦੋ ਪੁੱਤਰਾਂ ਦੀ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਲਿਖੀ ਹੈ, ਚਮਕੌਰ ਦੇ ਸਥਾਨ ਤੇ ਹੋਵੇਗੀ। ਤੇ ਦੋ ਪੁੱਤਰਾਂ ਦੀ ਸ਼ਹੀਦੀ ਜਿਹੜੀ ਉਹ ਸਰਹੰਦ ਵਿੱਚ ਹੋਣੀ ਹੈ। ਇਹ ਅਕਾਲ ਪੁਰਖ ਦਾ ਹੁਕਮ ਹੈ, ਇਹ ਉਹਦਾ ਹੁਕਮ ਹੈ, ਔਰ ਬਹਾਨਾ ਬਣ ਜਾਣਾ ਸਮਾਂ ਆਉਣ ਤੇ, ਔਰ ਅਨੰਦਪੁਰ ਸਾਹਿਬ ਇਸੇ ਤਰ੍ਹਾਂ ਛੱਡਣਾ ਹੋਵੇਗਾ। ਜਦੋਂ ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ ਤੇ ਫਿਰ ਮਾਤਾ ਜੀਤੋ ਜੀਆਂ ਨੇ ਬੇਨਤੀ ਕੀਤੀ, ਮਹਾਰਾਜ ਐਸਾ ਸਮਾਂ ਅਸੀਂ ਆਪਣੀਆਂ ਅੱਖਾਂ ਨਾਲ ਵੇਖਣਾ ਨਹੀਂ ਚਾਹੁੰਦੇ, ਫਿਰ ਆਪ ਜੀ ਕਿਰਪਾ ਕਰੋ, ਸਾਨੂੰ ਆਗਿਆ ਦੇ ਦਿਓ, ਅਸੀਂ ਸੱਚਖੰਡ ਨੂੰ ਚਲੇ ਜਾਈਏ ਤੇ ਮਗਰੋਂ ਜੋ ਅਕਾਲ ਪੁਰਖ ਦਾ ਹੁਕਮ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ। ਪਰ ਅਸੀਂ ਇਹ ਸਮਾਂ ਵੇਖਣਾ ਨਹੀਂ ਚਾਹੁੰਦੇ, ਸਾਨੂੰ ਆਗਿਆ ਦਿਓ, ਅਸੀਂ ਸੱਚਖੰਡ ਨੂੰ ਪ੍ਰਸਥਾਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਜੀਤੋ ਜੀ, ਜੇ ਤੁਹਾਡਾ ਇਹ ਫੈਸਲਾ ਹੈ, ਤੁਸੀਂ ਸੱਚਖੰਡ ਨੂੰ ਜਾਣਾ ਚਾਹੁੰਦੇ ਹੋ ਤੇ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ। ਇਸ ਤਰ੍ਹਾਂ ਫਿਰ ਮਾਤਾ ਸਾਹਿਬ ਮਾਤਾ ਜੀਤੋ ਜੀਆਂ ਨੇ ਆਪਣਾ ਜਿਹੜਾ ਸਰੀਰ ਹੈ ਉਹ ਗੁਰਮੁਖੋ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਸ ਪੰਜ ਭੌਤਿਕ ਸਰੀਰ ਨੂੰ ਉਹਨਾਂ ਨੇ ਤਿਆਗਿਆ ਹੈ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਕਿ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਅਤੇ ਪਰਿਵਾਰ ਨੇ ਸਰਸਾ ਨੂੰ ਪਾਰ ਕੀਤਾ। ਸਰਸਾ ਨੂੰ ਪਾਰ ਕਰਦਿਆਂ ਬਚਨ ਆਏ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਸਰਸਾ ਨੂੰ ਪਾਰ ਕਰਦੇ ਪਏ, ਪਰ ਮਾਤਾ ਜੀਤੋ ਜੀਆਂ ਦੇ ਨਦੀ ਪਾਰ ਕਰਨ ਦਾ ਕੋਈ ਪ੍ਰਸੰਗ ਜਾਂ ਕੋਈ ਇਤਿਹਾਸ ਨਹੀਂ ਹੈ। ਉਹਦਾ ਕਾਰਨ ਇਹ ਆ ਵੀ ਮਾਤਾ ਜੀਤੋ ਜੀ ਪਹਿਲਾਂ ਹੀ ਸੋ ਅਨੰਦਪੁਰ ਸਾਹਿਬ ਦੇ ਵਿੱਚ ਆਪਣਾ ਸਰੀਰ ਜਿਹੜਾ ਸਨ ਉਸ ਨੂੰ ਛੱਡ ਗਏ ਸਨ। ਮਾਤਾ ਸਾਹਿਬ ਦੀ ਯਾਦ ਵਿੱਚ ਦਿਉਰਾ ਸਾਹਿਬ ਬਣਿਆ ਹੋਇਆ, ਉਹਨਾਂ ਦੀ ਯਾਦਗਾਰ ਅਨੰਦਪੁਰ ਸਾਹਿਬ ਦੇ ਵਿੱਚ ਬਣੀ ਹੋਈ ਹੈ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀਆਂ ਨੇ ਜਿਹੜੇ ਆਪਣੇ ਸਰੀਰ ਨੇ ਉਹ ਦਿੱਲੀ ਦੀ ਧਰਤੀ 'ਤੇ ਜਿਹੜੇ ਸਨ ਉਹ ਛੱਡੇ ਸਨ, ਉਹਨਾਂ ਦੇ ਦਿਉਰੇ ਉੱਥੇ ਵੱਖ-ਵੱਖ ਥਾਵਾਂ 'ਤੇ ਬਣੇ ਹੋਏ। ਰੋ ਵਿਚਾਰ ਇਹ ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕੀਤੇ ਸਨ ਵੀ ਇਹ ਸਾਡੇ ਪੁੱਤਰਾਂ ਦੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਸ਼ਹੀਦੀ ਹੋਣੀ ਹੈ। ਤੇ ਇਹ ਬਚਨ ਸੁਣ ਕੇ ਫਿਰ ਮਾਤਾ ਜੀਤੋ ਜੀ ਸੱਚਖੰਡ ਨੂੰ ਜਾਣ ਦਾ ਤਾਂ ਫੈਸਲਾ ਲਿਆ ਸੀ। ਸੋ ਇਹ ਚਾਰ ਪੁੱਤਰ ਜਿਹੜੇ ਮਹਾਰਾਜ ਦੇ ਘਰ ਵਿੱਚ ਹੋਏ ਨੇ, ਇਹ ਚਾਰ ਪੁੱਤਰ ਕੁਰਬਾਨੀ ਕਰਨ ਵਾਸਤੇ, ਸਿੱਖ ਕੌਮ ਦੀਆਂ ਨੀਹਾਂ ਰੱਖਣ ਵਾਸਤੇ, ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਪੁੱਤਰਾਂ ਦਾ ਬਲੀਦਾਨ, ਆਪਣੇ ਪੁੱਤਰਾਂ ਦਾ ਖੂਨ ਮਹਾਰਾਜ ਜੀਆਂ ਨੇ ਸਿੱਖ ਕੌਮ ਦੇ ਮਹੱਲ ਦੀਆਂ ਨੀਹਾਂ ਵਿੱਚ ਮਹਾਰਾਜ ਨੇ ਪਾਇਆ। ਸੋ ਐਸੀ ਦਾਤ ਜਿਹੜੀ ਹੈ ਉਹ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕਰਨ ਵਾਸਤੇ ਐਸੀ ਵੱਡੀ ਕੁਰਬਾਨੀ ਕੀਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀਆਂ ਦੇ ਘਰ ਵਿੱਚ ਤਿੰਨ ਪੁੱਤਰ ਪ੍ਰਾਪਤ ਨੇ ਤੇ ਗੁਰਮੁਖੋ ਚੌਥੇ ਪੁੱਤਰ ਦੀ ਪ੍ਰਾਪਤੀ ਦਾ ਸਮਾਂ ਨੇੜੇ ਪਹੁੰਚਾ ਹੈ। ਬਾਬਾ ਸਾਹਿਬ ਬਾਬਾ ਫਤਿਹ ਸਿੰਘ ਜੀਆਂ ਦਾ ਜਨਮ ਕਿਵੇਂ ਹੋਵੇਗਾ
ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਥਾ ਹੈ ਨਾ ਛੂਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ